वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी। आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वड्याइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकाग्र करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है सतगुरु गुरु नानक देव पिता महाराज तरत लुकाई नूं सोध दे केतमाल खंड पहुंचे ने। खंड का अर्थ हुंदा है धरती का टुकड़ा। जिवें गुरबाणी विच बार बार शब्द आउंदे ने खंड खंड कर भोजन कीनो, टुकड़ा टुकड़ा करके। जां असी शरदा सत्कार दे विच एक शब्द बोलते हैं सचखंड। वो धरती जिथे रब का वासा मन्निया जाता है कि सचखंड वसे निरंकार। इस तरह धरती के उत्ते 9 खंड मन्ने गए हैं। बाबे तारे 4 चक 9 खंड पृथ्वी सच्चा ढोआ। जिहड़ी 9 खंड पृथ्वी का सतगुरु ने उधार किया है, उहदे कुछ खंडां दी विचार आपां सरवण कीती है। सतगुरु जी पहुंचे ने केतमाल खंड। इत्थे लोक देवी भगत रहंदे सन। दुर्गा दी, चंडी दी, कालका दी पूजा करने वाले। इन्हां लोकां ने बहुत वड्डा एक मंदिर भी बनाया सी और मंदिर दे विच समय समय मेले लगदे सन अते लोक आके इत्थे जानवरां दीयां बलियां चढ़ाउंदे सन। जदों गुरु नानक साहब महाराज इत्थे आए
ਤਾਂ ਦੇਵੀ ਦੇ ਮੰਦਰ ਵਿੱਚ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ। ਸਤਿਗੁਰੂ ਉਸ ਮੰਦਰ ਦੇ ਰਸਤੇ ਵਿੱਚ ਬੈਠ ਗਏ। ਲੋਕ ਲੰਘ ਰਹੇ ਨੇ, ਕਿਸੇ ਨੇ ਬੱਕਰੀ ਦਾ ਲੇਲਾ, ਕਿਸੇ ਨੇ ਭੇਡ ਦਾ ਛੇਲਾ, ਇੱਦਾਂ ਦੇ ਜਾਂ ਕੁਝ ਹੋਰ ਜਾਨਵਰ ਚੁੱਕੇ ਹੋਏ ਨੇ। ਉਹ ਇਹਨਾਂ ਨੂੰ ਲੈ ਕੇ ਮੰਦਰ ਦੇ ਵਿੱਚ ਭੇਟਾ ਚੜਾਉਂਦੇ ਨੇ। ਮੰਦਰ ਵਿੱਚ ਇੱਕ ਬੰਦਾ ਖਲੋਤਾ ਹੋਇਆ ਹੈ, ਉਹ ਇਹਨਾਂ ਦੇ ਸਿਰ ਵੱਢਦਾ ਹੈ ਤੇ ਦੇਵੀ ਮਾਤਾ ਦੇ ਮੰਦਰ ਦੀ ਸਰਦਲ ਤੇ ਰੱਖ ਦਿੰਦਾ ਹੈ, ਭੇਟਾ ਚੜਾਉਂਦਾ ਹੈ। ਇਹਨਾਂ ਦੀ ਆਸਥਾ ਇਹ ਹੈ ਕਿ ਦੇਵੀ ਮਾਤਾ ਬਲੀ ਲੈਂਦੀ ਹੈ, ਪ੍ਰਸੰਨ ਹੁੰਦੀ ਹੈ, ਆਪਣੇ ਭਗਤਾਂ ਨੂੰ ਵਰ ਦਿੰਦੀ ਹੈ, ਖੁਸ਼ੀਆਂ ਦਿੰਦੀ ਹੈ। ਸਤਿਗੁਰੂ ਅਜੇ ਰਸਤੇ ਵਿੱਚ ਬੈਠੇ ਹੀ ਸਨ ਕਿ ਉਧਰੋਂ ਰਾਜਾ ਆ ਗਿਆ। ਰਾਜੇ ਦੇ ਨਾਲ ਬੜੇ ਸਾਰੇ ਲੋਕ ਸਨ, ਸੁਭਾਵਕ ਹੈ, ਮੰਤਰੀ ਵੀ ਹੋਣਗੇ, ਉਹਦੇ ਨੌਕਰ ਚਾਕਰ ਅਹਿਲਕਾਰ ਵੀ ਹੋਣਗੇ। ਤੇ ਜਿਵੇਂ ਹੁੰਦਾ ਹੀ ਹੈ, ਜਿਹੜੇ ਲੋਕ ਪਾਵਰ ਵਿੱਚ ਹੁੰਦੇ ਨੇ, ਸ਼ਕਤੀ ਵਿੱਚ ਹੁੰਦੇ ਨੇ, ਉਹਨਾਂ ਦੇ ਨਾਲ ਕੁਝ ਕੜਛੀਆਂ ਚਮਚੇ ਵੀ ਚੱਲਦੇ ਨੇ। ਇਹ ਥੋੜੇ ਜਿਹੇ ਲੋਕ ਹੁੰਦੇ ਨੇ, ਇਹਨਾਂ ਨੂੰ ਵਾਧੂ ਸਮਾਚਾਰ ਵੀ ਕਿਹਾ ਜਾਵੇ ਤੇ ਕੋਈ ਅਤ ਕਥਨੀ ਨਹੀਂ ਹੈ। ਇਹ ਨੱਚਦੇ ਟੱਪਦੇ ਜਾ ਰਹੇ ਸਨ। ਰਾਜੇ ਦਾ ਧਿਆਨ ਪਿਆ ਕਿ ਦੇਵੀ ਦੇ ਮੰਦਰ ਦੇ ਰਸਤੇ ਵਿੱਚ 3 ਅਜਨਬੀ ਕਿਸੇ ਹੋਰ ਦੇਸ਼ ਦੇ ਬੰਦੇ ਬੈਠੇ ਨੇ, ਤੇ ਕਿਉਂ ਨਾ ਹੋਵੇ ਇਹਨਾਂ ਪਸ਼ੂਆਂ ਜਾਨਵਰਾਂ ਦੀ ਥਾਂ ਤੇ ਅੱਜ ਬੰਦੇ ਦੀ ਬਲੀ ਦਿੱਤੀ ਜਾਏ, ਮਨੁੱਖ ਦੀ ਬਲੀ ਦਿੱਤੀ ਜਾਏ। ਉਹਨਾਂ ਨੇ ਭਾਈ ਬਾਲੇ ਨੂੰ ਅੱਗੇ ਲਾ ਲਿਆ, ਮੰਦਰ ਵਿੱਚ ਲੈ ਗਏ। ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਵੀ ਗਏ ਨੇ, ਮਗਰ ਭਾਈ ਮਰਦਾਨਾ ਜੀ ਵੀ ਗਏ ਨੇ। ਰਾਜਾ ਜਿਵੇਂ ਹੀ ਮੰਦਰ ਵਿੱਚ ਪਹੁੰਚਦਾ ਹੈ, ਉਸਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਐ ਦੇਵੀ ਮਾਂ, ਮੈਂ ਮਨੁੱਖ ਦੀ ਭੇਟਾ ਲੈ ਕੇ ਆਇਆ, ਤੁਸੀਂ ਪ੍ਰਵਾਨ ਕਰੋ, ਖੁਸ਼ੀਆਂ ਦਿਓ। ਇਤਨੇ ਨੂੰ ਇੱਕ ਆਦਮੀ ਨੇ ਤਲਵਾਰ ਕੱਢ ਲਈ। ਜਿਵੇਂ ਉਹਨੇ ਮਿਆਨ ਦੇ ਵਿੱਚੋਂ ਤਲਵਾਰ ਖਿੱਚੀ ਹੈ, ਉਸੇ ਵੇਲੇ ਮੰਦਰ ਦੇ ਵਿੱਚ ਬਹੁਤ ਉੱਚੀ ਆਵਾਜ਼ ਦੇ ਵਿੱਚ ਗਰਜ ਪੈਦਾ ਹੋਈ ਹੈ। ਔਰ ਉਸ ਤੋਂ ਬਾਅਦ ਦੇਵੀ ਪ੍ਰਗਟ ਹੁੰਦੀ ਹੈ। ਇਹ ਸਾਰਾ ਕੁਝ ਬੜੀ ਤੇਜ਼ੀ ਨਾਲ ਵਾਪਰਦਾ ਹੈ, ਜਿਵੇਂ ਅਸਮਾਨੀ ਬਿਜਲੀ ਹੈ। ਉਹ ਇੱਕ ਝਲਕ ਸਾਨੂੰ ਨਜ਼ਰ ਆਉਂਦੀ ਹੈ, ਦੂਜੀ ਝਲਕ ਉਹ ਧਰਤੀ ਤੇ ਆ ਕੇ ਕਿਤੇ ਨਾ ਕਿਤੇ ਡਿੱਗ ਵੀ ਪੈਂਦੀ ਹੈ। ਮਤਲਬ ਇਹ ਸਾਰਾ ਕੁਝ ਜਿਹੜਾ ਹੈ, ਇਹ ਅੱਖ ਚਮਕਣ ਜਿੰਨੇ ਸਮੇਂ ਵਿੱਚ ਵਾਪਰਦਾ ਹੈ। ਜੇ ਆਪਾਂ ਇਹਨੂੰ ਸਕਿੰਟਾਂ ਵਿੱਚ ਵੀ ਮਾਪੀਏ ਤੇ ਸ਼ਾਇਦ ਉਸ ਤੋਂ ਵੀ ਘੱਟ ਹੈ। ਦੇਵੀ ਨੇ ਪ੍ਰਗਟ ਹੋ ਕੇ ਉਸ ਆਦਮੀ ਦੇ ਹੱਥੋਂ ਤਲਵਾਰ ਸੂਤੀ ਹੈ, ਤੇ ਜਿਹੜਾ ਰਾਜਾ ਕਹਿੰਦਾ ਸੀ ਮੈਂ ਮਨੁੱਖ ਦੀ ਭੇਟਾ ਲੈ ਕੇ ਆਇਆ, ਦੇਵੀ ਨੇ ਉਸ ਰਾਜੇ ਦਾ ਸਿਰ ਵੱਢ ਦਿੱਤਾ। ਦੁਨੀਆ ਭੱਜ ਗਈ, ਮੰਦਰ ਖਾਲੀ ਹੋ ਗਿਆ। ਸਤਿਗੁਰੂ ਉਸ ਦੇਵੀ ਨੂੰ ਕਹਿੰਦੇ ਨੇ ਵੀ ਇਹ ਤੂੰ ਕੀ ਕੀਤਾ? ਇਹ ਤੇ ਤੇਰਾ ਭਗਤ ਸੀ, ਇਹ ਤਾਂ ਤੇਰੀ ਦੁਨੀਆ ਦੇ ਲੋਕਾਂ ਤੋਂ ਪੂਜਾ ਮਾਨਤਾ ਕਰਾਉਂਦਾ ਸੀ। ਦੇਵੀ ਨੇ ਅੱਗੋਂ ਜਵਾਬ ਦਿੱਤਾ ਕਿ ਹੇ ਗੁਰੂ ਨਾਨਕ,
जे हर जन परमेश्वर प्यारे, रचिया करहों संज सकारे। ये मेरी भी ड्यूटी है कि मैं जेड़े रब दे भगत ने मैं उन्हां दी रखिया करदी हाँ। ठीक है, लोग मेरी भी भगती करते हैं, मेरी भी पूजा करते हैं, मेरे तो भी लोग आके वर लेंदे ने, पर जिस दर तो मैनू भी शक्ति मिलती है, जे उस रब दे कोई प्यारे होण ते मैं उन्होंने दुख नहीं दे सकती। मैं उन्हां दी रखिया करदी हाँ। ए भूपत मत मंद कुचारी, मारन आन्यो संत अगारी। ये राजा ते अज बहुत वड्डा गुनाह करके आया भी तू मेरे दर ते बकरियां भेडां लियावें। गल ते समझ आउंदी है, ये ते रब दा संत लैके आ गया तो मैं उहदी बलि किवें लै सकदी सी। मेरी इन्नी शक्ति नहीं है, इन्नी समर्था मेरी नहीं। ये कह के वो जिहड़ी देवी सी वो अलोप हो गई। इस तो अज दी कथा आरंभ है। हाँ जी। आस कह लोभ भई तब देवी, जग माता ईश्वरी अभेवी। अस कह लोप भई तब देवी। इयों कह के देवी जिहड़ी सी वो अलोप हो गई, अदृष्ट हो गई। इन्हां अखां दे, इन्हां नेत्रां दे अगोचर हो गई। वो इन्हां नेत्रां गोचर रही नहीं कि आपां वेख सकीए। कौन है वो? जग माता ईश्वरी अभेवी, जिसनों उथों दे लोक माता कहंदे सी, देवी कहंदे सी, दुर्गा कहंदे सी, कोई कालका कहंदा सी उसनों, कोई चंडी कहंदा सी, कोई उन्हों ईश्वरी अभेवी कहंदा सी। हाँ जी। बड़ियो नगर में शोक अपारी, ठौर ठौर रोवे नर नारी। नगरी दे विच बड़ा दुख होया। नगरी दा राजा सी। ये ठीक है कि राजा देवी नूं बलियां चढ़ाउंदा सी, पर वो सुख ते प्रजा दी मंगदा सी ना। अज भी तुसी वेखो अमेरिका च हो चुका है। बिल क्लिंटन दे उत्ते महादोष दा केस चलिया, वोटिंग हुई, वो जित गया। हुण लोकां ने की किया? लोकां ने कहा भी जे उन्हें कोई गलती की है, ये उहदा निजी गुनाह है, पर ओवरऑल बिल क्लिंटन जिहड़ा है वो अमरीका वास्ते चंगा है। मैं कई बारी पहला भी इस गल का जिक्र किया है कि लुधियाने का जिहड़ा मोहन दे कैंसर हॉस्पिटल सी, उहदा जिहड़ा पहला सब तो सियाणा डॉक्टर सी, उहदा निक नेम सीगा CM सिंह, पूरा नाम सी चंद्र मोहन सिंह। ये उही डॉक्टर है जिन्हें मुड़ के जिन्हों सुनील दत्त बॉम्बे लैके जाता है तो अपनी वाइफ के नाँ से कैंसर हॉस्पिटल बनाता है, क्योंकि उसकी मौत भी कैंसर नाल हुई सी। पर तुसी मनोगे एक नंबर का शराबी डॉक्टर सी, पर एक नंबर का कैंसर का सियाणा डॉक्टर सी। वो शामी 5 बजे तो बाद हुण उहदी अपनी लाइफ है। गौरमेंट भी की कहती है? गौरमेंट कहती कि तुसी गड्डी ड्राइव करनी, इस तो बाद शराब नहीं पी सकते, एक लिमिट है। पर तुसी गड्डी च पिछली सीट ते बैठना, उसकी कोई लिमिट नहीं है, भावें 1.5 बोतल पी के सौ जाओ तुसी। कई गल्लां दा संबंध इसे करके बहुत सारिया गल्लां, जिवें कोई सिगटां पींदा है, पब्लिकली पीनी गलत है,
ਆਪਣੇ ਘਰ ਤੁਸੀਂ ਭਾਵੇਂ ਬੈਠੇ ਰਾਤ ਨੂੰ 70 ਪੀ ਜਾਓ, ਤੁਹਾਡੇ ਫੇਫੜੇ ਗਲਣਗੇ ਨਾ, ਤੁਹਾਨੂੰ ਕੈਂਸਰ ਹੋਏਗੀ ਨਾ, ਤੁਸੀਂ ਮਰੋਗੇ ਨਾ, ਇਹਦਾ ਲੋਕਾਂ ਨਾਲ ਕੀ ਲੈਣਾ ਦੇਣਾ। ਰਾਜੇ ਵਿੱਚ ਦੋਸ਼ ਹੋਏਗਾ, ਉਹਦਾ ਪਰਸਨਲ ਸੀ, ਪਰ ਰਾਜਾ ਪ੍ਰਜਾ ਵਾਸਤੇ ਬੜਾ ਚੰਗਾ ਸੀ, ਲੋਕਾਂ ਦੀ ਮਦਦ ਕਰਦਾ ਸੀ ਉਹ। ਅਗਰ ਉਹ ਮੰਦਿਰ ਦੇ ਵਿੱਚ ਬਲੀਆਂ ਵੀ ਦਿੰਦਾ ਸੀ ਤੇ ਸੁੱਖ ਤੇ ਪ੍ਰਜਾ ਦੀ ਮੰਗਦਾ ਸੀ ਨਾ। ਰਾਜਾ ਮਰ ਗਿਆ, ਹੁਣ ਗਲਤੀ ਰਾਜੇ ਤੋਂ ਹੋਈ। ਰਾਜੇ ਨੇ ਕਿਹੜਾ ਪ੍ਰਜਾ ਨੂੰ ਪੁੱਛ ਕੇ ਕਿਹਾ ਸੀ ਵੀ ਮੈਂ ਭਾਈ ਬਾਲੇ ਦੀ ਬਲੀ ਦੇਵਾਂ ਕਿ ਨਾ ਦੇਵਾਂ। ਜੇ ਉਹਨੇ ਨਿੱਜੀ ਗਲਤੀ ਕੀਤੀ, ਨਿੱਜੀ ਤੌਰ ਤੇ ਉਹਨੂੰ ਸਜ਼ਾ ਮਿਲ ਗਈ, ਰਾਜਾ ਮਰ ਗਿਆ। ਪਰ ਜਿਹੜੇ ਪ੍ਰਜਾ ਦੇ ਲੋਕ ਨੇ ਉਹ ਗਲੀਆਂ ਤੇ ਬਾਜ਼ਾਰਾਂ ਵਿੱਚ ਰੋਂਦੇ ਨੇ ਕਿ ਇਹ ਗਲਤ ਹੋ ਗਿਆ। ਭਾਵੇਂ ਰਾਜੇ ਦੀ ਗਲਤੀ ਨਾਲ ਹੀ ਹੋਇਆ, ਪਰ ਹੋਇਆ ਤੇ ਗਲਤ ਹੈ। ਠੀਕ ਹੈ, ਰਾਜੇ ਨੂੰ ਰਾਜੇ ਦੀ ਸਜ਼ਾ ਮਿਲ ਗਈ, ਪਰ ਪ੍ਰਜਾ ਨੂੰ ਵੀ ਤਾਂ ਸਜ਼ਾ ਮਿਲ ਗਈ ਨਾ। ਇੱਕ ਚੰਗਾ ਰਾਜਾ ਉਹਨਾਂ ਦੇ ਹੱਥੋਂ ਚਲਾ ਗਿਆ। ਹਾਂਜੀ। ਕੀਏ ਵਿਚਾਰ ਜਿਹੋ ਤੇ ਸਿਆਣੇ, ਗਏ ਜੋ ਕਲਾਵਾਨ ਮਨ ਜਾਣੇ। ਹੌਲੀ ਹੌਲੀ ਰੋ ਰੋ ਕੇ ਗੱਲ ਵਿਚਾਰ ਤੱਕ ਚਲੀ ਗਈ। ਜਦੋਂ ਕਿਤੇ ਮੌਤ ਹੋ ਜਾਂਦੀ ਹੈ ਨਾ, ਤੇ ਜਦੋਂ ਕੋਈ ਵੀ ਮੌਤ ਦੇ ਸੰਦਰਭ ਵਿੱਚ ਕੋਈ ਵਿਅਕਤੀ ਉਸ ਘਰ ਵਿੱਚ ਜਾਂਦਾ ਹੈ ਤੇ ਰੋਂਦਾ ਹੈ। ਘਰ ਦੇ ਵੀ ਰੋਂਦੇ ਨੇ, ਪਰ ਕੁਝ ਸਿਆਣੇ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਭਾਈ ਰੋਵੋ ਨਹੀਂ, ਬਹਿ ਕੇ ਗੱਲਬਾਤ ਕਰੋ ਤੁਸੀਂ, ਕਿਉਂਕਿ ਹੁਣ ਜਿਹੜਾ ਚਲਾ ਗਿਆ ਉਹਨੇ ਵਾਪਸ ਨਹੀਂ ਆਉਣਾ। ਤੇ ਰੋਣ ਦੀ ਵੀ ਇੱਕ ਸੀਮਾ, ਆਪਾਂ ਕਿੰਨਾ ਕੁ ਰੋ ਸਕਦੇ ਆ। ਤੁਸੀਂ ਵੇਖਿਆ ਹੋਣਾ ਜਿੱਥੇ ਇਦਾਂ ਦੇ ਸਿਆਣੇ ਲੋਕ ਨਾ ਹੋਣ ਨਾ, ਉੱਥੇ ਮਰਨ ਵਾਲਾ ਮਰ ਜਾਂਦਾ ਹੈ ਤੇ ਬਾਕੀ ਪਰਿਵਾਰ ਹਸਪੀਟਲ ਦਾਖਲ ਹੋ ਜਾਂਦਾ ਹੈ, ਕਿਉਂਕਿ ਰੋ ਰੋ ਕੇ ਬੇਹਾਲ ਹੋ ਜਾਂਦੇ ਨੇ। ਕੋਈ ਉਹਨਾਂ ਨੂੰ ਚੁੱਪ ਨਹੀਂ ਕਰਾਉਂਦਾ, ਕੋਈ ਉਹਨਾਂ ਨੂੰ ਟਾਈਮ ਨਾਲ ਪਾਣੀ ਨਹੀਂ ਪਿਆਉਂਦਾ, ਕੋਈ ਉਹਨਾਂ ਨੂੰ ਰੋਟੀ ਨਹੀਂ ਖਵਾਉਂਦਾ। ਦੇਖੋ, ਜਿਹੜਾ ਅਸੀਂ ਇੱਕ ਸਮਾਜ ਜਿਹੜਾ ਸਾਡਾ ਜੁੜਿਆ ਹੈ ਨਾ, ਇਹਦੀ ਬੜੀ ਵੱਡੀ ਕੀਮਤ ਹੈ। ਤੁਸੀਂ ਵੇਖਿਆ ਹੋਣਾ ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਜਿਹੜੇ ਉਸ ਮ੍ਰਿਤਕ ਨੂੰ ਨਵਾਉਂਦੇ ਨੇ, ਅਮੂਮਨ ਉਹਦੇ ਵਿੱਚ ਘਰ ਦੇ ਜੀਵ ਨਹੀਂ ਹੁੰਦੇ, ਰਿਸ਼ਤੇਦਾਰ ਹੁੰਦੇ ਨੇ, ਦੋਸਤ ਮਿੱਤਰ ਹੁੰਦੇ ਨੇ, ਆਂਢੀ ਗੁਆਂਢੀ ਹੁੰਦੇ ਨੇ। ਉਹੀ ਨਵਾਉਂਦੇ ਨੇ, ਉਹੀ ਕੱਪੜੇ ਪਾਉਂਦੇ ਨੇ, ਉਹ ਹੀ ਸਾਰਾ ਉਹ ਵਾਤਾਵਰਨ ਸੰਭਾਲਦੇ ਨੇ। ਘਰਦਿਆਂ ਨੂੰ ਪਾਣੀ ਪਿਆਉਣਾ, ਰੋਟੀ ਖਵਾਉਣੀ, ਕਹਿਣਾ ਵੀ ਤੂੰ ਕਾਕਾ ਸੌਂ ਜਾ 2 ਮਿੰਟ ਜਾ ਕੇ, ਕੋਈ ਨਹੀਂ ਅਸੀਂ ਪੁੱਤਰ ਬੈਠੇ ਆ, ਤੂੰ ਪੁੱਤ ਸੌਂ ਜਾ। ਕਿਉਂਕਿ ਮਰਿਆ ਤੇ ਜਿਸਦਾ ਹੈ, ਪਤਾ ਤੇ ਉਸੇ ਨੂੰ ਹੀ ਹੈ। ਜਿਸ ਤਨ ਲੱਗ ਗਿਆ ਸੋਈ ਜਾਣਾ, ਜਿਹਦੇ ਤੇ ਵਾਪਰਦਾ ਦੁੱਖ ਉਹਨੂੰ ਪਤਾ ਹੈ। ਪਰ ਬਾਕੀ ਸਮਾਜ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਪਰਿਵਾਰ ਨੂੰ ਸੰਭਾਲਣ, ਉਹਨੂੰ ਹੌਸਲਾ ਦੇਣ, ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਉਣ ਕਿ ਉਹ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਸਕਣ। ਹੁਣ ਉਹਦੇ ਲਈ ਸਮਾਂ ਵੀ ਚਾਹੀਦਾ ਹੈ, ਸਮਰੱਥਾ ਵੀ ਚਾਹੀਦੀ ਹੈ। ਪ੍ਰਜਾ ਰੋਂਦੀ ਹੈ, ਪਰ ਰੋ ਰੋ ਕੇ ਅਖੀਰ ਸਿਆਣੇ ਬੰਦਿਆਂ ਨੇ ਗੱਲ ਸ਼ੁਰੂ ਕੀਤੀ ਵੀ ਭਾਈ ਆਪਾਂ ਰੋਈ ਜਾਂਦੇ ਆ, ਪਰ ਆਪਾਂ ਬੈਠ ਕੇ ਵਿਚਾਰ ਕਰੀਏ ਵੀ ਇਹ ਸਾਰਾ ਕੁਝ ਹੋਇਆ ਕਿਉਂ ਹੈ। ਤੇ ਜਦੋਂ ਬੈਠੇ ਵਿਚਾਰ ਹੋਈ, ਤਾਂ ਜਿਵੇਂ ਅੱਜ ਕੱਲ੍ਹ ਕੋਈ ਵੀ ਘਟਨਾ ਹੋ ਜਾਏ ਨਾ, ਤਾਂ ਸਾਡਾ ਛੋਟਾ ਜਿਹਾ ਕੋਈ ਸਵਾਲ ਹੁੰਦਾ ਹੈ, ਉੱਥੇ ਕੈਮਰੇ ਨਹੀਂ ਸੀ ਲੱਗੇ ਭਲਾ? ਕਹਿੰਦੇ ਲੱਗੇ ਸੀ। ਕਹਿੰਦੇ ਉਹ ਫਿਰ ਜਿਹੜੇ ਕੈਮਰੇ ਨੇ ਉਹਨਾਂ ਦੀ ਫੁਟੇਜ ਵੇਖੀ ਤੁਸੀਂ? ਕਹਿੰਦੇ ਵੇਖੀ ਜੀ। ਕਹਿੰਦੇ ਧਿਆਨ ਨਾਲ ਵੇਖੀ ਹੈ? ਉੱਥੋਂ ਕੋਈ ਨਾ ਕੋਈ ਕਲੂ ਮਿਲ ਜਾਂਦਾ ਹੈ, ਕੋਈ ਪੁਆਇੰਟ ਮਿਲ ਜਾਂਦਾ ਹੈ, ਕੋਈ ਉਹਦੇ ਵਿੱਚੋਂ ਨੁਕਤਾ ਬਾਹਰ ਆ ਜਾਂਦਾ ਹੈ ਵੀ ਇਹ ਗੱਲ ਕਿਵੇਂ ਵਾਪਰੀ, ਇਹਦਾ ਮੁੱਢ ਕੀ ਹੈ। ਉਦੋਂ ਕੈਮਰੇ ਤਾਂ ਹੁੰਦੇ ਨਹੀਂ ਸੀ। ਅਖੀਰ ਗੱਲ ਸਾਹਮਣੇ ਆ ਗਈ ਵੀ ਰਾਜੇ ਦੀ ਮੌਤ ਦਾ ਮੁੱਢ ਉੱਥੋਂ ਵੱਜਾ ਜਿੱਥੇ ਉਹ 3 ਜਿਹੜੇ ਅਜਨਬੀ ਸੀ,
ਜਿਹੜੇ ਕਿਸੇ ਹੋਰ ਦੇਸ਼ ਦੇ ਬੰਦੇ ਬੈਠੇ ਸੀ, ਕਿਉਂਕਿ ਰਾਜੇ ਨੇ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਫੜ ਲਿਆ। ਉਹਨੇ ਜਾ ਕੇ ਮੰਦਰ ਵਿੱਚ ਬਲੀ ਦੇਣ ਦੀ ਕੋਸ਼ਿਸ਼ ਕੀਤੀ ਤੇ ਦੇਵੀ ਨੇ ਪ੍ਰਗਟ ਹੋ ਕੇ ਰਾਜੇ ਦੀ ਬਲੀ ਲੈ ਲਈ ਵੀ ਜੇ ਇੰਨੀ ਤੇਰੇ ਮਨ ਦੇ ਵਿੱਚ ਅੱਜ ਖੁਸ਼ੀ ਹੈ ਕਿ ਬੰਦੇ ਦੀ ਬਲੀ ਦੇਣੀ ਤੇ ਫਿਰ ਆਪਣੀ ਦੇ ਚੱਲ। ਹੁਣ ਵਿਚਾਰ ਕਿੱਥੇ ਪਹੁੰਚੀ ਹੈ? ਵਿਚਾਰ ਇੱਥੇ ਆ ਗਈ ਕਿ ਇਹ ਵਿਚਾਰ ਜੇ ਹੋਤੇ ਸਿਆਣੇ ਗਹੇ ਜੋ ਕਲਾਵਾਨ ਮਨ ਜਾਣੇ। ਕਹਿੰਦੇ ਭਾਈ ਮੰਨੋ ਭਾਵੇਂ ਨਾ ਮੰਨੋ, ਜਿਹੜੇ ਉਹ ਤਿੰਨ ਬੰਦੇ ਬੈਠੇ ਸੀ ਉਹ ਤਿੰਨੋਂ ਹੀ ਕਲਾਵਾਨ ਸੀ। ਹੁਣ ਕਲਾਵਾਨ ਦਾ ਜਿਹੜਾ ਅਸੀਂ ਅਰਥ ਕਰਾਂਗੇ ਕਿ ਉਹ ਕਿਸੇ ਸ਼ਕਤੀ ਦੇ ਮਾਲਕ ਸਨ। ਇਹਨੂੰ ਕਲਾਕਾਰ ਨਹੀਂ ਕਹਿਣਾ। ਕਲਾਕਾਰੀ ਜਿਹੜੀ ਹੈ ਨਾ, ਇਹ ਤੁਹਾਡੀ ਇੱਕ ਸਿਆਣਪ ਹੈ, ਇੱਕ ਤੁਹਾਡਾ ਹੁਨਰ ਹੈ, ਇਹ ਤੁਹਾਡੀ ਕੋਈ ਹੱਥਾਂ ਪੈਰਾਂ ਦੀ ਸਿੱਧੀ ਹੈ ਜਿਹੜੀ ਕਲਾਕਾਰੀ ਹੈ। ਪਰ ਕਲਾਵਾਨ ਕੇਵਲ ਉਹੀ ਹੁੰਦੇ ਨੇ ਜਿਹੜੇ ਭਗਤੀ ਕਰਦੇ ਨੇ, ਜਿਨ੍ਹਾਂ ਕੋਲ ਰੱਬੀ ਸ਼ਕਤੀਆਂ ਹੁੰਦੀਆਂ ਨੇ। ਅਖੀਰ ਗੱਲ ਨਿਕਲ ਆਈ ਕਿ ਰਾਜਾ ਨਹੀਂ ਸੀ ਮਰਦਾ। ਰਾਜੇ ਦੀ ਮੌਤ ਦਾ ਕਾਰਨ ਉਹ ਤਿੰਨ ਕਲਾਵਾਨ ਪੁਰਖ ਨੇ ਜਿਹੜੇ ਮੰਦਰ ਦੇ ਰਸਤੇ ਵਿੱਚ ਸਮਾਧੀ ਲਾ ਕੇ ਬੈਠੇ ਸੀ। ਹਾਂਜੀ, ਆਏ ਸਭ ਹੀ ਤਬ ਧਰ ਪਾਉ, ਸ੍ਰੀ ਗੁਰ ਕੋ ਲਖ ਲੀਨ ਪ੍ਰਭਾਉ। ਇਹ ਫਿਰ ਸਾਰੇ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਏ, ਆ ਕੇ ਮੱਥਾ ਟੇਕਿਆ। ਸਮਝ ਗਏ ਕਿ ਸਤਿਗੁਰੂ ਪਿਤਾ ਜੀ ਦਾ ਹੀ ਇਹ ਸਭ ਤੇਜ ਪ੍ਰਤਾਪ ਹੈ, ਇਹ ਪ੍ਰਭਾਵ ਸਾਰਾ ਉਹਨਾਂ ਦਾ ਹੈ। ਇਹ ਸ਼ਕਤੀ, ਇਹ ਵਰਤਾਰਾ ਜੋ ਹੋਇਆ ਹੈ ਉਹ ਇਹਨਾਂ ਦੇ ਕਾਰਨ, ਇਹਨਾਂ ਦੀ ਬਦੌਲਤ ਹੋਇਆ ਹੈ। ਹਾਂਜੀ, ਨ੍ਰਿਪ ਸੁਤ ਠਾਂਡੋ ਆਏ ਅਗਾਰੀ, ਕਰ ਕੈ ਬੰਧਨ ਬਿਨੈ ਉਚਾਰੀ। ਸਭ ਤੋਂ ਅੱਗੇ ਰਾਜੇ ਦਾ ਪੁੱਤਰ ਆ ਕੇ ਖਲੋਤਾ ਹੈ, ਜਿਹੜੇ ਰਾਜੇ ਦੀ ਬਲੀ ਹੋਈ ਹੈ। ਉਹਨੇ ਦੋ ਹੱਥ ਜੋੜ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ। ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕੀਤੀ। ਹਾਂਜੀ, ਕਰੋ ਛਿਮਾ ਅਪਰਾਧ ਹਮਾਰਾ, ਹਮ ਨਹਿ ਜਾਣਿਓ ਭੇਦ ਤੁਮਾਰਾ। ਕਹਿਣ ਲੱਗਾ ਜੀ ਮੇਰੇ ਪਿਤਾ ਜੀ ਦਾ ਗੁਨਾਹ ਮਾਫ ਕਰ ਦਿਓ, ਔਰ ਇਸ ਗੁਨਾਹ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹੈ, ਕਿਉਂਕਿ ਰਾਜਾ ਤੇ ਸਾਡਾ ਹੀ ਸੀ। ਉਹ ਲੜਕੇ ਨੇ ਕਿਹਾ ਜੀ ਮੇਰਾ ਪਿਤਾ ਸੀ, ਮੰਤਰੀਆਂ ਨੇ ਕਿਹਾ ਸੀ ਵੀ ਸਾਡਾ ਰਾਜਾ ਸੀ। ਦੇਖੋ ਬੜੇ ਸਮੇਂ ਬਾਅਦ ਜਲਿਆਂਵਾਲੇ ਬਾਗ ਦੀ ਮਾਫੀ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਮੰਗੀ ਗਈ ਕਿ ਜੋ ਜਨਰਲ ਅਡਵਾਇਰ ਨੇ ਕੀਤਾ ਸੀ ਉਹ ਗਲਤ ਸੀ, ਔਰ ਅਸੀਂ ਇਹਦੇ ਵਾਸਤੇ ਖੇਦ ਪ੍ਰਗਟ ਕਰਦੇ ਹਾਂ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਜਿਹੜੇ ਕਾਮਾ ਗਾਟਾ ਮਾਰੂ ਦੇ ਜਹਾਜ਼ ਦੇ ਲੋਕ ਸਨ, ਜਿਨ੍ਹਾਂ ਦੇ ਕਾਰਨ ਇਹ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਸੀ, ਉਹਦੇ ਲਈ ਕੈਨੇਡਾ ਸਰਕਾਰ ਨੇ ਮਾਫੀ ਮੰਗੀ। ਇੱਕ ਸਾਡੀ ਸਰਕਾਰ ਹੈ ਵੀ ਜਿਹਨੇ 84 ਦੀ ਅਜੇ ਤੱਕ ਮਾਫੀ ਨਹੀਂ ਮੰਗੀ। ਤੇ ਨਤੀਜਾ ਕੀ ਹੈ? ਨਤੀਜਾ ਸਾਡੇ ਸਾਹਮਣੇ ਹੈ। ਔਰ ਇੱਥੋਂ ਪਤਾ ਲੱਗਦਾ ਕਿ ਕਿਸੇ ਮਨੁੱਖ ਨੂੰ ਇਸ ਮੁਲਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਰ ਮੁਲਕ ਦੀ ਗੱਲ ਕਰੀਏ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਆਪਾਂ ਚਾਹੁੰਦੇ ਵੀ ਇਹ ਦੁਸ਼ਮਣੀ ਦਰ ਪਸੀਨਾ ਬਸੀਨਾ ਚੱਲਦੀ ਰਹੇ, ਉਹਦੇ ਨਾਲ ਕੀ ਹੁੰਦਾ ਹੈ? ਕਈ ਵਾਰੀ ਆਪ ਜੀ ਸੋਚੋਗੇ ਵੀ ਮਾਫੀ ਮੰਗਣ ਨਾਲ ਕੀ ਹੋਏਗਾ?
ਉਹ ਜਿਹੜੇ ਮਰ ਗਏ ਨੇ ਵਾਪਸ ਆ ਜਾਣਗੇ? ਨਹੀਂ। ਉਹਦੇ ਨਾਲ ਇੱਕ ਸੁਨੇਹਾ ਜਾਏਗਾ ਕਿ ਦੁਨੀਆ ਦੇ ਲੋਕੋ ਪਾਪ ਨਾ ਕਰਿਓ, ਤੁਸੀਂ ਤੇ ਪਾਪ ਕਰਕੇ ਮਰ ਜਾਓਗੇ, ਤੁਹਾਡੀਆਂ ਪੁਸ਼ਤਾਂ ਨੂੰ ਮਾਫੀਆਂ ਮੰਗਣੀਆਂ ਪੈਣਗੀਆਂ। ਹੁਣ ਜਿਨ੍ਹਾਂ ਨੇ ਕਤਲੇਆਮ ਕੀਤਾ, ਨਾ ਰਾਜੀਵ ਗਾਂਧੀ ਇੱਥੇ ਹੈ, ਨਾ ਇੰਦਰਾ ਗਾਂਧੀ ਇੱਥੇ, ਕੋਈ ਵੀ ਨਹੀਂ ਹੈਗਾ, ਨਾ ਜਰਨ ਵੈਦਿਆ ਇੱਥੇ ਹੈ, ਨਾ ਭਗਤ ਇੱਥੇ ਹੈ। ਇੱਕ ਉਹ ਟਾਈਟਲਰ ਹੈ, ਉਹ ਬਾਹਰ ਤੁਰਿਆ ਫਿਰਦਾ, ਦੂਜਾ ਉਹ ਅੰਦਰ ਬੈਠਾ ਹੈ, ਔਰ ਤਕਰੀਬਨ ਆਊਟ ਆਫ ਆਰਡਰ ਹੀ ਨੇ। ਕਿਹੜੇ ਮੰਤਰੀ ਨੇ ਜਾਂ ਕਿਹੜਾ ਉਹਨਾਂ ਦੇ ਕੋਲ ਕੋਈ ਇਸ ਵੇਲੇ ਕੋਈ ਅਹੁਦਾ ਹੈ? ਕੋਈ ਮਾਫੀ ਮੰਗਣ ਨਾਲ ਇਹ ਹੁੰਦਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਬਕ ਮਿਲਦਾ ਹੈ ਕਿ ਨਹੀਂ, ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਹੁਣ ਅਗਰ ਇਹੀ ਰਾਜੇ ਦਾ ਪੁੱਤਰ ਦੂਜੇ ਪਾਸੇ ਤੁਰ ਪੈਂਦਾ ਕਿ ਜੇ ਮੇਰੇ ਬਾਪ ਨੂੰ ਇਸ ਬੰਦੇ ਦੀ ਬਲੀ ਦੇਣ ਕਰਕੇ ਆਪਣੀ ਬਲੀ ਦੇਣੀ ਪਈ ਹੈ ਤੇ ਮੈਂ ਤੇ ਬੰਦੇ ਦੀ ਬਲੀ ਦੇ ਕੇ ਛੱਡਾਂਗਾ, ਨਤੀਜਾ ਕੀ ਨਿਕਲਣਾ ਸੀ? ਉਹਦੇ ਮੁੰਡੇ ਦੀ ਬਲੀ ਵੀ ਹੋ ਜਾਣੀ ਸੀ। ਉਸ ਤੋਂ ਬਾਅਦ ਕੋਈ ਹੋਰ ਆਉਂਦਾ ਤੇ ਉਹਦੀ ਵੀ ਹੋ ਜਾਣੀ ਸੀ। ਕਦੇ ਵੀ ਦੁਸ਼ਮਣੀ ਨੂੰ ਵਧਾਉਣਾ ਨਹੀਂ ਚਾਹੀਦਾ, ਦੁਸ਼ਮਣੀਆਂ ਨੂੰ ਖਤਮ ਕਰਨਾ ਚਾਹੀਦਾ ਹੈ। ਵਧਾਉਣ ਦਾ ਕੀ ਹੈ? ਸਿਆਣੇ ਕਹਿੰਦੇ ਨੇ ਲੜਾਈ ਦਾ ਤੇ ਕੱਚੀ ਲੱਸੀ ਦਾ ਕੀ ਹੈ? ਜਿੰਨੀ ਮਰਜ਼ੀ ਵਧਾ ਲਓ। ਕੱਚੀ ਲੱਸੀ 'ਚ ਕੀ ਕਰਨਾ ਹੈ? ਮੁੜ ਕੇ ਦੁੱਧ ਥੋੜ੍ਹਾ ਪਾਉਣਾ ਹੈ, ਦੁੱਧ 'ਚ ਪਾਣੀ ਪਾਉਣਾ, ਪਾਈ ਜਾਣਾ। ਜਿੰਨਾ ਪਾਣੀ ਪਾਈ ਜਾਓਗੇ ਉਨੀ ਵੱਧਦੀ ਜਾਏਗੀ। ਲੜਾਈ ਦਾ ਕੀ ਹੈ? ਜਿੰਨੀ ਮਰਜ਼ੀ ਵਧਾਈ ਜਾਓਗੇ ਵਧੀ ਜਾਏਗੀ। ਪਰ ਰਾਜੇ ਦੇ ਬੇਟੇ ਨੇ ਆ ਕੇ ਮਾਫੀ ਮੰਗ ਲਈ, ਕਹਿਣ ਲੱਗਾ ਜੀ ਜਿਹੜੀ ਗਲਤੀ ਮੇਰੇ ਪਿਤਾ ਤੋਂ ਹੋਈ ਹੈ, ਸਾਡੇ ਤੋਂ ਹੋਈ ਹੈ, ਕਿਉਂਕਿ ਸਾਡਾ ਰਾਜਾ ਸੀ ਉਹ, ਅਸੀਂ ਉਹਦੀ ਭੁੱਲ ਜਿਹੜੀ ਹੋਈ ਉਹਦੀ ਮਾਫੀ ਮੰਗਦੇ ਹਾਂ। ਹਾਂਜੀ। ਸਿੱਖ ਆਪਨੇ ਹਮੇ ਕਰੀਜੈ, ਅਬੈ ਦਾਨ ਸਭ ਹਿਨ ਕੋ ਦੀਜੈ। ਕਹਿਣ ਲੱਗੇ ਮਹਾਰਾਜ ਸਾਨੂੰ ਆਪਣੇ ਸਿੱਖ ਬਣਾਓ, ਸਾਨੂੰ ਅਭੈ ਦਾਨ ਦਿਓ। ਉਹਨਾਂ ਨੂੰ ਸਮਝ ਆ ਗਈ ਕਿ ਜਿਸ ਦੇਵੀ ਦੀ ਅਸੀਂ ਪੂਜਾ ਕਰਦੇ ਹਾਂ, ਜਦੋਂ ਇਸ ਬੰਦੇ ਦੀ ਵਾਰੀ ਆਈ ਤੇ ਦੇਵੀ ਨੂੰ ਖੁਦ ਪ੍ਰਗਟ ਹੋਣਾ ਪਿਆ ਇਹਦੀ ਰੱਖਿਆ ਕਰਨ ਵਾਸਤੇ। ਇਹ ਬੰਦਾ ਏਡਾ ਵੱਡਾ ਹੈ, ਇਹ ਬੰਦਾ ਇੰਨਾ ਮਹਾਨ ਹੈ। ਪਹਿਲੇ ਸਮੇਂ 'ਚ ਜਿਹੜਾ ਟੀਚਰ ਹੁੰਦਾ ਸੀ ਨਾ, ਅਧਿਆਪਕ, ਉਹਦੀ ਪਦਵੀ ਗੁਰੂ ਵਾਲੀ ਹੁੰਦੀ ਸੀ, ਔਰ ਇਸ ਪਦਵੀ ਦੀ ਜਿਹੜੀ ਗਰਮਾ ਹੈ, ਪ੍ਰਭਤਾ ਜਿਹੜੀ ਹੈ, ਉਹਦੇ ਵਿੱਚ ਹੀ ਉਹ ਸਾਰੀ ਉਮਰ ਕੱਟ ਦਿੰਦਾ ਸੀ। ਤੇ ਉਹਦਾ ਨਸ਼ਾ ਕੀ ਹੁੰਦਾ ਸੀ ਪਤਾ ਤੁਹਾਨੂੰ? ਜਦੋਂ ਉਹਦੇ ਪੜ੍ਹੇ ਲਿਖੇ ਬੱਚੇ, ਉਹਦੇ ਪੜ੍ਹਾਏ ਲਿਖਾਏ ਬੱਚੇ ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠੇ, ਜਦੋਂ ਆਪਣੇ ਉਸ ਵਿਦਿਆ ਦਾਤੇ ਗੁਰੂ ਨੂੰ ਵਹਿੰਦੇ ਸੀ, ਉਹ ਸਿੰਘਾਸਨ ਕੁਰਸੀਆਂ ਛੱਡ ਕੇ ਆ ਕੇ ਮੱਥਾ ਟੇਕਦੇ ਸੀ। ਤੇ ਉਹ ਛਿਣ, ਉਹ ਘੜੀ, ਉਹ ਮੂਮੈਂਟ ਜਿਹੜੀ ਹੁੰਦੀ ਸੀ, ਉਸ ਪੜ੍ਹਾਉਣ ਵਾਲੇ ਅਧਿਆਪਕ ਦੇ ਲਈ ਸਭ ਤੋਂ ਦੁਨੀਆ ਦੇ ਵਿੱਚ ਵੱਡੀ ਮਹਿੰਗੀ ਮੂਮੈਂਟ ਹੁੰਦੀ ਸੀ। ਦੁਨੀਆ ਨੂੰ ਪਤਾ ਲੱਗਦਾ ਸੀ ਕਿ ਅਸੀਂ ਸੋਚਦੇ ਹਾਂ ਵੀ ਅਫਸਰ ਵੱਡਾ ਹੈ, ਅਸੀਂ ਸੋਚਦੇ ਰਾਜਾ ਵੱਡਾ ਹੈ। ਅੱਜ ਪਤਾ ਲੱਗਿਆ ਰਾਜੇ ਤੋਂ ਵੀ ਕੋਈ ਵੱਡਾ ਹੈਗਾ ਜਿਹਦੇ ਪੈਰਾਂ ਨੂੰ ਹੱਥ ਹੀ ਲਾਉਂਦਾ ਹੈ। ਉਹ ਇਹਦਾ ਟੀਚਰ ਹੈ, ਉਹ ਇਹਦਾ ਅਧਿਆਪਕ ਹੈ। ਹੁਣ ਬੱਚਿਆਂ ਨੇ ਪੈਰੀਂ ਹੱਥ ਲਾਉਣਾ ਛੱਡ ਦਿੱਤਾ, ਮਾਸਟਰਾਂ ਨੇ ਫਰੀ ਪੜ੍ਹਾਉਣਾ ਛੱਡ ਦਿੱਤਾ। ਉਹ ਕਹਿੰਦੇ ਵੀ ਜਦੋਂ ਇਹਨਾਂ ਨੇ ਪੈਰੀਂ ਹੱਥ ਲਾਉਣਾ ਹੀ ਨਹੀਂ ਤੇ ਪਹਿਲਾਂ ਹੀ ਪੈਸੇ ਲੈ ਲਓ ਇਹਨਾਂ ਕੋਲੋਂ, ਵੀ ਪੈਰੀਂ ਹੱਥ ਲਵਾਉਣ ਦੀ ਲੋੜ ਕਿਉਂ ਪਵੇ, ਕਾਰ ਤੇ ਜਾਓ, ਨਾ ਪੈਰ ਬਾਹਰ ਹੋਣ ਨਾ ਇਹ ਹੱਥ ਲਾਉਣ। ਇਹ ਸਾਰੀ ਬੇੜੀ ਤਾਂ ਹੀ ਡੁੱਬੀ ਹੈ ਨਾ। ਇਹ ਨਹੀਂ ਕਿ ਇਕੱਲੇ ਮਾਸਟਰ ਕਮਰਸ਼ੀਅਲ ਹੋਏ ਨੇ, ਜਦੋਂ ਵਿਦਿਆਰਥੀ ਜਿਹੜਾ ਸੀ, ਸਟੂਡੈਂਟ ਜਿਹੜਾ ਸੀ, ਪੜ੍ਹਨ ਵਾਲਾ ਜਿਹੜਾ ਸੀ,
ਜਦੋਂ ਉਹਨੇ ਕਦਰਾਂ ਕੀਮਤਾਂ ਛੱਡ ਦਿੱਤੀਆਂ ਤੇ ਮਾਸਟਰ ਨੇ ਕਿਹਾ ਵੀ ਮੈਨੂੰ ਇਹ ਕਦਰਾਂ ਕੀਮਤਾਂ ਪਿੱਛੇ ਸਾਰੀ ਉਮਰ ਭੁੱਖੇ ਨੰਗੇ ਰਹਿਣ ਦੀ ਕੀ ਲੋੜ ਹੈ, ਮੈਂ ਆਪਣੇ ਬੱਚੇ ਐਵੇਂ ਮਾਰ ਦਿਆਂ ਸਾਈਕਲ ਚਲਾ ਚਲਾ ਕੇ, ਮੇਰੇ ਬੱਚੇ ਕਿਉਂ ਨਾ ਕਾਰਾਂ 'ਚ ਚੜ੍ਹਨ, ਇਹਨਾਂ ਨੇ ਵੀ ਤੇ ਵੱਡੇ ਹੋ ਕੇ ਕਾਰਾਂ 'ਚ ਹੀ ਚੜ੍ਹਨਾ ਹੈ। ਉਹਨੇ ਆਪਣੀ ਵਿੱਦਿਆ ਵੇਚਣੀ ਸ਼ੁਰੂ ਕਰ ਦਿੱਤੀ, ਵਿੱਦਿਆ ਦਾ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ। ਰਾਜੇ ਦੇ ਪੁੱਤਰ ਨੇ ਮਾਫੀ ਮੰਗੀ ਹੈ। ਰਾਜੇ ਦੇ ਪੁੱਤਰ ਨੇ ਕਿਹਾ ਕਿ ਸਾਨੂੰ ਆਪਣੇ ਸਿੱਖ ਬਣਾਓ, ਸਾਨੂੰ ਅਭੈ ਦਾਨ ਦਿਓ। ਉਹਨਾਂ ਨੂੰ ਸਮਝ ਆ ਗਈ ਕਿ ਇਹ ਦੇਵੀ ਤੋਂ ਵੱਡੇ ਨੇ, ਇਹਨਾਂ ਤੋਂ ਉਹ ਦਾਨ ਲੈ ਲੈਣਾ ਚਾਹੀਦਾ ਹੈ ਕਿ ਜਿੱਥੇ ਬਲੀਆਂ ਦੇਣ ਦੀ ਲੋੜ ਹੀ ਨਾ ਰਵੇ। ਵੇਖੋ, ਜਿਹੜਾ ਗੁਰਦੁਆਰੇ ਨੂੰ ਮੰਨਦਾ ਉਹਨੂੰ ਕਿਸੇ ਬਲੀ ਦੇਣ ਦੀ ਲੋੜ ਨਹੀਂ ਹੈ, ਪਰ ਹੈਗੇ ਨੇ ਸਾਡੇ ਸਿੱਖ ਨਾਰੀਅਲ ਤੋੜੀ ਜਾਂਦੇ ਨੇ। ਸਿੱਖ ਨੂੰ ਲੋੜ ਨਹੀਂ, ਸਿੱਖ ਨੂੰ ਸਿਰਫ ਲੋੜ ਇਸ ਗੱਲ ਦੀ ਹੈ ਕਿ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰੇ ਤੇ ਕੰਮ ਦੀ ਸਿੱਧੀ ਵਾਸਤੇ ਉੱਠਦਿਆਂ ਬਹਿੰਦਿਆਂ ਉਸ ਪਰਮੇਸ਼ਰ ਦਾ ਜਾਪ ਕਰੇ, ਕਿਉਂਕਿ ਸਿਧਾਂਤ ਤੇ ਬਿਲਕੁਲ ਸਪਸ਼ਟ ਹੈ ਕਿ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਹਾਂਜੀ। ਸੁਨਤ ਬਿਨੈ ਹੋਵੈ ਗਏ ਕਿਰਪਾਲਾ, ਆਪਨ ਦਿਆ ਉਪਦੇਸ਼ ਵਿਸਾਲਾ। ਗੁਰੂ ਨਾਨਕ ਦੇ ਪਿਤਾ ਜੀ ਤਰੁੱਠੇ ਕਿਰਪਾ ਦੇ ਘਰ ਵਿੱਚ ਆਏ, ਉਹਨਾਂ ਨੂੰ ਉਪਦੇਸ਼ ਦਿੱਤਾ। ਤੇ ਜੇ ਕਿਤੇ ਅੱਜ ਵਰਗੇ ਸੰਤ ਹੁੰਦੇ, ਕਹਿੰਦੇ ਅਜੇ ਤੇ ਤੇਰਾ ਪਿਓ ਮਾਰਿਆ ਹੈ, ਅਜੇ ਤੇ ਕਾਕਾ ਤੇਰੀ ਸੰਗੀ ਨੱਪਣੀ ਹੈ, ਮੁੜ ਕੇ ਤੇਰੇ ਕਿਸੇ ਮੰਤਰੀ ਸੰਤਰੀ ਦੀ ਨੱਪਾਂਗੇ। ਅੱਜ ਕੱਲ੍ਹ ਦੇ ਸੰਤ ਇੱਦਾਂ ਦੇ ਨੇ, ਫੱਟੇ ਚੱਕ ਸੰਤ। ਜੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਰਾਜੇ ਦੇ ਪੁੱਤਰ ਨੇ ਮਾਫੀ ਮੰਗ ਲਈ ਤੇ ਸਤਿਗੁਰਾਂ ਨੇ ਜਿਤਾਇਆ ਕੁਛ ਨਹੀਂ ਹੈ, ਸੁਣਾਇਆ ਕੁਛ ਨਹੀਂ ਹੈ, ਖਿਮਾ ਕਰ ਦਿੱਤਾ ਹੈ, ਉਪਦੇਸ਼ ਦਿੱਤਾ ਹੈ। ਆਪਣ ਦਿਆ ਉਪਦੇਸ਼ ਬਸਾਲਾ, ਆਪਣੇ ਘਰ ਦਾ ਗਿਆਨ ਬਖਸ਼ਿਆ। ਹਾਂਜੀ। ਸਤਨਾਮ ਕੋ ਸਿਮਰਨ ਕਰਨੋ, ਸੰਤ ਸੇਵ ਮੈਂ ਹਿਤ ਉਰ ਧਰਨੋ। ਸਤਿਗੁਰੂ ਕਹਿਣ ਲੱਗੇ ਭਾਈ ਦੋ ਕੰਮ ਕਰਨੇ ਨੇ, ਇੱਕ ਸਿਮਰਨ ਕਰਨਾ ਹੈ, ਦੂਜਾ ਰੱਬ ਦੇ ਪਿਆਰੇ ਮਿਲਣ ਤੇ ਉਹਨਾਂ ਦੀ ਸੇਵਾ ਕਰਨੀ, ਉਹਨਾਂ ਦੇ ਬਖੌਲ ਨਹੀਂ ਉਡਾਉਣੇ, ਉਹਨਾਂ ਦੀ ਬੇਇੱਜ਼ਤੀ ਨਹੀਂ ਕਰਨੀ, ਉਹਨਾਂ ਦਾ ਅਨਾਦਰ ਨਹੀਂ ਕਰਨਾ, ਉਹਨਾਂ ਦੀ ਆਓ ਭਗਤ ਕਰਨੀ ਹੈ। ਹਾਂਜੀ। ਭੂਪਤ ਦਾਹ ਬਾਹਰ ਕਰਵਾਇਓ, ਸਿੰਘਾਸਨ ਨ੍ਰਿਪ ਸੁਤ ਬੈਠਾਇਓ। ਵੇਖੋ ਕੈਸੀ ਕਥਾ ਹੈ। ਇਸ ਤੋਂ ਬਾਅਦ ਰਾਜੇ ਦਾ ਸੰਸਕਾਰ ਕੀਤਾ ਗਿਆ। ਇਹ ਖਿਮਾ ਜਾਚਨਾ ਉਹਦੇ ਰਾਜੇ ਦੇ ਸਾੜਨ ਤੋਂ ਪਹਿਲਾਂ ਹੋ ਚੁੱਕੀ ਹੈ। ਇਸ ਤੋਂ ਬਾਅਦ ਰਾਜੇ ਦਾ ਜਿਹੜਾ ਸਰੀਰ ਸੀ ਉਹ ਇਕੱਠਾ ਕੀਤਾ ਗਿਆ, ਉਹਨੂੰ ਅਗਨ ਭੇਟ ਕੀਤਾ ਗਿਆ, ਤੇ ਜਿਹੜਾ ਰਾਜੇ ਦਾ ਪੁੱਤਰ ਸੀ ਸਿੰਘਾਸਨ ਨ੍ਰਿਪ ਸੁਤ ਬੈਠਾਇਓ। ਗੁਰੂ ਸਾਹਿਬ ਨੇ ਰਾਜੇ ਦੇ ਪੁੱਤਰ ਨੂੰ ਗੱਦੀ ਨਸ਼ੀਨ ਕੀਤਾ, ਕਿਉਂਕਿ ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ। ਉਹਦੀ ਯੋਗਤਾ ਹੋਣੀ ਚਾਹੀਦੀ ਹੈ ਕਿ ਕੀ ਉਹ ਵਾਕਿਆ ਹੀ ਰਾਜਾ ਬਣਨ ਦੇ ਯੋਗ ਹੈ। ਹੁਣ ਅੱਜ ਤੇ ਮਤਲਬ ਖੋ ਖਿੱਚ ਕੇ ਤੇ ਰਾਜੇ ਬਣਦੇ ਨੇ, ਤੇ ਨਾ ਫਿਰ ਉਹਨਾਂ ਨੂੰ ਅੱਗੋਂ ਸਮਝ ਆਉਂਦੀ ਹੈ ਵੀ ਸਾਡੀ ਡਿਊਟੀ ਕੀ ਹੈ, ਸਾਡਾ ਕਰਮ ਕੀ ਹੈ, ਸਾਡਾ ਧਰਮ ਕੀ ਹੈ। ਹਾਂਜੀ। ਨਾਮ ਧਰਮ ਜਸ ਰਾਖਿਓ, ਰਾਜ ਤਿਲਕ ਕੋ ਦੇਓ। ਨਾਮ ਧਰਮ ਜਸ ਰਾਖਿਓ, ਇਹ ਪਰਮੇਸ਼ਰ ਦੇ ਨਾਮ ਦੀ ਗੱਲ, ਧਰਮ ਦੀ ਗੱਲ, ਵਡਿਆਈ ਦੀ ਗੱਲ, ਇਹ ਤਿੰਨ ਗੁਣ ਦੇ ਕੇ ਰਾਜੇ ਦੇ ਪੁੱਤਰ ਨੂੰ ਤਿਲਕ ਲਾ ਦਿੱਤਾ ਗਿਆ। ਉਥੋਂ ਦਾ ਮਾਲਕੇਤ ਖੰਡ ਦਾ ਰਾਜਾ ਬਣਾ ਦਿੱਤਾ ਗਿਆ। ਹਾਂਜੀ। ਸੁੰਦਰ ਧਰਮਸ਼ਾਲਾ ਰਚੀ,
ਕੀਰਤ ਕਤਹਾ ਕਰਿਓ। ਰਾਜੇ ਦੇ ਪੁੱਤਰ ਨੇ ਫਿਰ ਉੱਥੇ ਧਰਮਸ਼ਾਲਾ ਬਣਾਈ। ਹੁਣ ਉੱਥੇ ਸਾਰੇ ਸਤਸੰਗ ਕਰਦੇ ਨੇ। ਹੁਣ ਵੇਖੋ ਗੁਰਦੁਆਰੇ 'ਚ ਕਿਸੇ ਦੀ ਬਲੀ ਨਹੀਂ ਦਿੱਤੀ ਜਾਂਦੀ। ਕੀ ਲੋੜ ਹੈ ਬਲੀ ਦੇਣ ਦੀ ਜੀ? ਇਹੋ ਜਿਹਾ ਕਿਹੜਾ ਭਗਵਾਨ ਹੈ ਜਿਹੜਾ ਕਿਸੇ ਦੀ ਜਾਨ ਲੈ ਕੇ ਖੁਸ਼ ਹੁੰਦਾ ਹੈ? ਭਗਵਾਨ ਉਹਨੂੰ ਨਹੀਂ ਕਹਿੰਦੇ ਕਿ ਕਿਸੇ ਦੀ ਜਾਨ ਲਵੇ ਤੇ ਖੁਸ਼ ਹੋਵੇ। ਸਗੋਂ ਭਗਵਾਨ ਤੇ ਉਹ ਹੈ ਜਿਹੜਾ ਸਾਨੂੰ ਜੀਵਨ ਦਾਨ ਦਿੰਦਾ ਹੈ। ਜਦੋਂ ਗੁਰੂ ਦੀ ਮਹਿਮਾ ਦਰੜਾਈ ਹੈ, ਜਦੋਂ ਰੱਬ ਦੇ ਪਿਆਰਿਆਂ ਦੀ ਮਹਿਮਾ ਦੱਸੀ, ਉੱਥੇ ਲਿਖਿਆ ਹੋਇਆ ਹੈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ। ਜਿਹੜੇ ਪੈਗੰਬਰ ਹੁੰਦੇ ਨੇ ਉਹ ਜੀਵਨ ਦਾਨ ਦਿੰਦੇ ਨੇ, ਉਹ ਕਿਸੇ ਦਾ ਜੀਵਨ ਖੋਹਦੇ ਨਹੀਂ। ਹਾਂਜੀ। ਮਨ ਨੀਵ ਸਦੀਵ ਰਖੋ ਆਪਣਾ, ਸਤਨਾਮ ਨਿਰੰਤਰ ਹੀ ਲਿਵ ਲਾਵੋ। ਸਤਿਗੁਰੂ ਜੀ ਨੇ ਆਖਿਆ ਰਾਜੇ ਦੇ ਪੁੱਤਰ ਨੂੰ, ਨਾਮ, ਧਰਮ ਤੇ ਜਸ, ਇਹ ਆਪਣੇ ਧਰਮ ਦੇ ਵਿੱਚ 3 ਪ੍ਰਮੁੱਖ ਗੱਲਾਂ ਰੱਖਣੀਆਂ ਨੇ। ਫਿਰ ਮਨ ਨੂੰ ਨੀਵਾ ਕਰਕੇ ਰੱਖਣਾ ਹੈ, ਔਰ ਸਦਾ ਆਪਣੀ ਲਿਵ ਸੁਰਤ ਜਿਹੜੀ ਹੈ ਉਹ ਪਰਮਾਤਮਾ ਵਿੱਚ ਜੋੜ ਕੇ ਰੱਖਣੀ ਹੈ। ਹਾਂਜੀ। ਇਸ਼ਨਾਨ ਤੇ ਦਾਨ ਕਰੋ ਸੁਖ ਪਾਵੋ, ਪੈ ਚਿਤ ਲਾਵੋ ਕੀਰਤ ਗਾਵੋ। ਇਸ਼ਨਾਨ ਕਰਨਾ, ਦਾਨ ਕਰਨਾ, ਚਿੱਤ ਪਰਮਾਤਮਾ ਦੀ ਕੀਰਤੀ ਵਿੱਚ ਜੋੜਨਾ, ਇੱਕ ਮਾਤਰ ਤਰੀਕਾ ਹੈ ਸੁਖ ਪ੍ਰਾਪਤ ਕਰਨ ਦਾ। ਕੋਈ ਵਿਅਕਤੀ ਕਵੇ ਜੀ ਮੈਨੂੰ ਸੁਖ ਚਾਹੀਦਾ, ਮਿਲ ਜੇਗਾ ਭਾਈ। ਸੁਖ ਪ੍ਰਾਪਤ ਕਰਨਾ ਔਖਾ ਨਹੀਂ ਹੈ, ਸਿਰਫ ਪਰਮਾਤਮਾ ਨਾਲ ਲਿਵ ਲਾਉਣੀ ਪਏਗੀ। ਅਸੀਂ ਭੁਲੇਖੇ ਵਿੱਚ ਪੈ ਗਏ ਹਾਂ। ਅਸੀਂ ਦੌੜੇ ਹੋਏ ਆ। ਔਰ ਅੱਜ ਦੀ ਕਥਾ ਤੋਂ ਬਾਅਦ ਇਸ ਗੱਲ ਨੂੰ ਜ਼ਰੂਰ ਸੋਚਣਾ ਵੀ ਕਿੰਨੇ ਸਾਲ ਹੋ ਗਏ ਦੌੜਦੇ ਆ। ਸਕੂਲ ਤੋਂ ਸ਼ੁਰੂ ਹੋ ਜਾਣਾ, ਪਹਿਲੀ ਕਲਾਸ ਤੋਂ, ਵੀ 5 ਸਾਲਾਂ ਦਾ ਸੀ ਮੈਂ ਤੁਰਿਆ ਸੀ। ਜੇ 55 ਦਾ ਹੋ ਗਿਆ ਤੇ 50 ਹੋ ਗਿਆ, ਜੇ 65 ਦਾ ਹੋ ਗਿਆ ਤੇ 60 ਹੋ ਗਿਆ। ਤੇ ਪੁੱਛੋ ਵੀ ਸੁੱਖ ਮਿਲਿਆ? ਜੇ ਸੁੱਖ ਮਿਲਦਾ ਤੇ ਬੀਪੀ ਘਟਣਾ ਵਧਣਾ ਨਹੀਂ ਸੀ, ਸ਼ੂਗਰ ਘਟਣੀ ਵਧਣੀ ਨਹੀਂ ਸੀ। ਨਹੀਂ, ਸੁੱਖ ਮਿਲਿਆ ਹੀ ਨਹੀਂ। ਸਾਡੀ ਹਾਲਤ ਜਿਹੜੀ ਹੈ ਉਹ ਮਾਰੂਥਲ ਦੇ ਹਿਰਨ ਵਾਲੀ ਹੈ। ਜਿਹੜਾ ਮਾਰੂਥਲ ਦਾ ਹਿਰਨ ਹੈ ਉਹ ਜਦੋਂ ਦੂਰ ਵੇਖਦਾ ਹੈ ਨਾ, ਦੂਰ, ਉਹ ਨੇੜੇ ਨਹੀਂ ਵੇਖਦਾ। ਉਹਦੀ ਬਦਕਿਸਮਤੀ ਹੈ। ਜਿਵੇਂ ਆਪਾਂ ਦੂਰ ਵੇਖਦੇ ਹਾਂ, ਨੇੜੇ ਤੇ ਵਹਿੰਦੇ ਹੀ ਨਹੀਂ। ਅੱਜ ਕਿਸੇ ਦੇ ਕੋਲ ਬਹਿ ਜਾਣਾ, ਉਹ ਘੱਟੋ ਘੱਟ ਤੁਹਾਨੂੰ 2-4 ਹਜ਼ਾਰ 5,000 ਮੀਲ ਦੂਰ ਦੀਆਂ ਗੱਲਾਂ ਕਰੇਗਾ। ਮੈਂ ਚਾਹੁੰਦਾ ਮੈਂ ਦੁਬਈ ਚਲੇ ਜਾਵਾਂ, ਮੈਂ ਚਾਹੁੰਦਾ ਆ ਮੈਂ ਸਿੰਗਾਪੁਰ ਚਲੇ ਜਾਵਾਂ, ਮੈਂ ਬੈਂਕਾਕ ਚਲਾ ਜਾਵਾਂ, ਮੈਂ ਕੈਨੇਡਾ ਅਮਰੀਕਾ ਚਲਾ ਜਾਵਾਂ। ਵੀ ਮੂਰਖਾ, ਜੇ ਇੰਨੇ ਗੇੜੇ ਕਿਤੇ ਘਰ ਦੇ ਖੂਹ ਤੇ ਮਾਰੇ ਹੁੰਦੇ ਤੇ ਉੱਥੇ ਗਾਜਰਾਂ, ਮੂਲੀਆਂ, ਧਨੀਆ, ਮੂੰਗਰੇ, ਸੂੰਗਰੇ ਸਭ ਹੋ ਜਾਣੇ ਸੀ। ਮੈਂ ਖੁਦ ਖੇਤੀ ਕੀਤੀ ਹੋਈ ਹੈ। ਅਸੀਂ ਕੀ ਕਰਦੇ ਸੀ? ਖੇਤ ਜਾਣਾ, ਮੂਲੀ ਪੁੱਟਣੀ, ਤੇ ਮੂਲੀ ਦਾ ਅਗਲਾ ਪਾਸਾ ਦਾਤਰੀ ਨਾਲ ਛਿੱਲ ਕੇ ਖਾ ਲੈਣਾ, ਪੱਠੇ ਵੱਢਦਿਆਂ। ਹੁਣ ਪਿਛਲਾ ਪਾਸਾ ਜਿਹੜਾ ਹੁੰਦਾ ਹੈ ਉਹ ਹਾਰਡ ਹੁੰਦਾ ਹੈ, ਜਿਸ ਪਾਸੇ ਪੱਤੇ ਹੁੰਦੇ ਨੇ ਉਹਨੂੰ ਥੋੜਾ ਜਿਹਾ ਵੱਢ ਕੇ ਉਹਨੂੰ ਵੱਟ ਦੇ ਉੱਤੇ ਗੱਡ ਦੇਣਾ, ਉਹਦੇ ਤੋਂ ਫਿਰ ਮੂੰਗਰੇ ਪੈਦਾ ਹੋ ਜਾਣੇ, ਉਹਦੀ ਫਿਰ ਸਬਜ਼ੀ ਬਣਾ ਕੇ ਖਾਣੀ। ਨੇੜੇ ਆਪਾਂ ਵੇਖਦੇ ਹੀ ਨਹੀਂ। ਅਜੇ ਸ਼ੁਕਰ ਹੈ ਰੱਬ ਨੇ ਸਾਡੀਆਂ ਅੱਖਾਂ ਇੱਥੇ ਲਾਈਆਂ ਨੇ, ਔਰ ਅੱਖਾਂ ਦਾ ਜਿਹੜਾ ਤੁਹਾਡਾ ਸਿਸਟਮ ਹੈ, ਤੁਸੀਂ ਵੇਖਿਆ ਲੋਕਾਂ ਦੇ ਘਰਾਂ 'ਚ ਜਾ ਕੇ? ਵੇਖੋ, ਅਕਲ ਨਾਲ ਸਾਡੀ ਦੁਸ਼ਮਣੀ ਬੜੀ ਹੈ। ਆਦਮੀ ਬੈਠਾ ਹੈ, ਉਹਦੀ ਚੇਅਰ ਕਿੰਨੀ ਉੱਚੀ ਹੋਏਗੀ,
ਮੁਸ਼ਕਲ ਨਾਲ 2.5-3 ਫੁੱਟ ਉੱਚੀ ਹੋਏਗੀ। ਟੇਬਲ ਕਿੰਨਾ ਹੋਏਗਾ? ਮੁਸ਼ਕਲ ਨਾਲ ਇੰਨਾ ਕੀ ਹੋਏਗਾ। ਤੇ ਜਿਹੜਾ ਸਾਹਮਣੇ ਟੀਵੀ ਲੱਗਾ ਹੈ ਉਹ ਘੱਟੋ ਘੱਟ 8 ਫੁੱਟ ਉੱਚਾ ਹੁੰਦਾ ਹੈ। ਫਿਰ ਐ ਤਾਂ ਮੂੰਹ ਚੁੱਕ ਕੇ ਵੇਖਣ ਡਿਆ ਹੁੰਦਾ ਉਹ। ਸ਼ੁਕਰ ਹੈ ਰੱਬ ਨੇ ਕਿਤੇ ਅੱਖਾਂ ਹੀ ਉੱਤੇ ਨਹੀਂ ਲਾਤੀਆਂ ਕਿਤੇ। ਹੁਣ ਆਪਾਂ ਸਭ ਨੂੰ ਤਾਂ ਨਹੀਂ ਕਹਿ ਸਕਦੇ, ਪਰ ਕੋਈ ਰਿਸ਼ਤੇਦਾਰੀ 'ਚ ਹੋਵੇ ਜਾਂ ਵਾਕਬ ਹੋਵੇ, ਕੋਈ ਭੈਣ ਕਈਆਂ ਨੂੰ ਹੁੰਦਾ ਉਹ ਆਦਤ ਹੁੰਦੀ ਹੈ ਵੀ ਉਹਨਾਂ ਨੇ ਐਨਕਾਂ ਲਾਉਣੀਆਂ ਜ਼ਰੂਰ ਨੇ, ਪਰ ਲਾਉਣੀਆਂ ਸਿਰ 'ਤੇ ਨੇ, ਅੱਖਾਂ 'ਤੇ ਨਹੀਂ ਲਾਉਣੀਆਂ। ਤਾਂ ਮੈਂ ਫਿਰ ਹੱਸ ਕੇ ਪੁੱਛਦਾ ਨਾ ਵੀ ਬਾਹਰ ਕਿਵੇਂ, ਬਾਹਰ ਫੌਗ ਹੈ? ਕਹਿੰਦੇ ਨਹੀਂ ਵੀਰ ਜੀ। ਮੈਂ ਕਿਹਾ ਫਿਰ ਹੈੱਡਲਾਈਟਾਂ ਕਾਹਨੂੰ ਲਾਈਆਂ ਹੋਈਆਂ ਨੇ? ਵੀ ਐਨਕ ਲਾਉਣੀ ਤਾਂ ਇੱਥੇ ਲਾਓ, ਇੱਥੇ ਲਾਉਣ ਦਾ ਕੀ ਮਤਲਬ ਹੈ ਸਿਰ 'ਤੇ? ਮੈਂ ਕਿਹਾ ਇਹ ਜਿਹੜੀਆਂ ਤੁਸੀਂ ਫੌਗ ਹੈੱਡਲਾਈਟਾਂ ਲਾਈਆਂ ਨੇ ਵੀ ਬਾਹਰ ਕੋਈ ਧੁੰਦ ਹੈ, ਫੌਗ ਹੈ? ਨਹੀਂ ਵੀਰ ਜੀ। ਤੇ ਮੈਂ ਕਿਹਾ ਨਹੀਂ ਤੇ ਫਿਰ ਹੈੱਡਲਾਈਟਾਂ ਲਾਉਣ ਦੀ ਵੀ ਕੀ ਲੋੜ ਪੈ ਗਈ? ਰੱਬ ਨੇ ਅੱਖਾਂ ਸਿਰ 'ਤੇ ਲਾਈਆਂ ਹੀ ਨਹੀਂ ਤਾਂ ਵੇਖਣ ਵਾਸਤੇ। ਰੱਬ ਨੇ ਅੱਖਾਂ ਦਾ ਲਾਉਣ ਦਾ ਸਿਸਟਮ ਹੀ ਇਦਾਂ ਦਾ ਕੀਤਾ ਕਿ ਬੰਦਿਆ ਤੂੰ ਵੇਖੇਗਾ ਤੇ ਥੋੜੀ ਦੂਰ ਜਾ ਕੇ ਨਿਗਾਹ ਆਪਣੇ ਆਪ ਹੀ ਥੱਲੇ ਆ ਜਾਂਦੀ ਹੈ। ਇਹਦਾ ਅਰਥ ਕੀ ਹੈ? ਵੀ ਥੱਲੇ ਵੇਖੋ। ਚੱਲਣਾ ਥੱਲੇ ਹੈ, ਤੁਸੀਂ ਉੱਪਰ ਨੂੰ ਨਹੀਂ ਚੱਲਣਾ, ਥੱਲੇ ਚੱਲਣਾ ਹੈ। ਤੇ ਜੇ ਸੇਫ ਚੱਲਣਾ ਹੈ ਤੇ ਥੱਲੇ ਵੇਖ ਕੇ ਚੱਲੋ। ਮੂੰਹ ਚੁੱਕ ਕੇ ਤੁਰੋਗੇ ਤੇ ਫਿਰ ਉਹ ਦੁਰਯੋਧਨ ਵਾਲਾ ਹੀ ਕੰਮ ਹੋਏਗਾ। ਕੋਈ ਨਾ ਕੋਈ ਭਰਜਾਈ ਕਹਿ ਦੇਗੀ ਅੰਧੇ ਕੰਧਾ ਤੇ ਫਿਰ ਬਣ ਜਾਏਗੀ ਮਹਾਭਾਰਤ। ਉੱਥੇ ਲੜੀ ਜਾਇਓ, ਮਰੀ ਜਾਇਓ, ਹੋਰ ਕੀ ਹੋਏਗਾ? ਜੇ ਦੁਰਯੋਧਨ ਨਾ ਮੂੰਹ ਤਾਂ ਚੱਕ ਕੇ ਤੁਰਦਾ ਤੇ ਉਹ ਤਲਾਬ 'ਚ ਡਿੱਗਦਾ ਸੀ? ਕਦੇ ਨਹੀਂ ਸੀ ਡਿੱਗਦਾ। ਮਹਾਭਾਰਤ ਉੱਥੋਂ ਸ਼ੁਰੂ ਹੁੰਦੀ ਹੈ, ਮੂੰਹ ਤਾਂ ਚੁੱਕਣ ਤੋਂ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਪਿਤਾ ਜੀ ਨੇ ਰਾਜੇ ਦੇ ਪੁੱਤਰ ਨੂੰ ਸਮਝਾਇਆ ਕਿ ਪੁੱਤਰ ਇਸ਼ਨਾਨ ਕਰਨਾ ਹੈ, ਦਾਨ ਕਰਨਾ ਹੈ, ਚਿੱਤ ਰੱਬ ਦੀ ਕੀਰਤੀ ਵਿੱਚ ਲਾਉਣਾ ਹੈ। ਕੀ ਮਿਲੇਗਾ? ਸੁੱਖ। ਆਪਾਂ ਭੁਲੇਖੇ 'ਚ, ਆਪਾਂ ਨੂੰ ਲੱਗਦਾ ਵੀ ਸੁੱਖ ਫਲੈਟ ਵਿੱਚ ਨਹੀਂ ਹੈ, ਕੋਠੀ 'ਚ ਹੋਏਗਾ। ਕੋਠੀ 'ਚ ਪਹੁੰਚ ਗਏ, ਹੁਣ ਉੱਥੇ ਵੀ ਸੁੱਖ ਹੈ ਨਹੀਂ। ਫਿਰ ਸੋਚਦੇ ਵੀ ਸੁੱਖ ਸ਼ਾਇਦ ਵੱਡੀ ਫਰਿੱਜ 'ਚ ਹੋਏਗਾ, ਵੱਡੇ ਮਹਿੰਗੇ ਬੈੱਡ 'ਚ ਹੋਏਗਾ, ਕਿਸੇ ਵੱਡੀ ਮਹਿੰਗੀ ਕਾਰ 'ਚ ਹੋਏਗਾ। ਨਹੀਂ, ਇਹ ਟਸ਼ਨ ਹੈ, ਹੋਰ ਕੱਖ ਨਹੀਂ ਹੈ। ਇਹ ਜੋ ਕੁਝ ਲਗਜ਼ਰੀ ਹੈ ਨਾ, ਇਹ ਸੁਖਦਾਈ ਨਹੀਂ ਹੈ। ਆ ਤੁਸੀਂ ਵੇਖ ਲਓ, ਹੋਰ ਬਾਕੀ ਸਾਰੀਆਂ ਗੱਲਾਂ ਛੱਡੋ। ਤੁਸੀਂ ਜਿੰਨਾ ਕਰੋਨਾ ਆਇਆ ਇਹ ਅਮੀਰਾਂ ਦੀਆਂ ਕਲੋਨੀਆਂ 'ਚ ਗਿਆ, ਕਿਸੇ ਗਰੀਬ ਦੀ ਝੁੱਗੀ ਝੌਪੜੀ 'ਚ ਗਿਆ ਹੀ ਨਹੀਂ। ਹੁਣ ਤੁਸੀਂ ਕਹੋ ਜੀ ਉਹਨਾਂ ਦੇ ਵਿੱਚ ਪਾਵਰ ਜ਼ਿਆਦਾ ਸੀ ਜੀ, ਉਹ ਤਕੜੇ ਸੀ ਜੀ। ਮੈਨੂੰ ਨਹੀਂ ਇੱਦਾਂ ਲੱਗਦਾ। ਮੈਨੂੰ ਤਾਂ ਇੱਦਾਂ ਲੱਗਦਾ ਵੀ ਕਰੋਨਾ ਵੀ ਡਰ ਗਿਆ ਵੀ ਇਹਨਾਂ ਨੇ ਝੁੱਗੀ 'ਚ ਉੱਦਾਂ ਹੀ ਫੜ ਕੇ ਉੱਦਾਂ ਹੀ ਮਾਰ ਦੇਣਾ ਮੈਨੂੰ। ਕਿਤੇ ਮੀਰ ਦੇ ਚੱਲਦੇ ਆ, ਕਿਤੇ ਚੰਗੇ ਹਸਪੀਟਲ 'ਤੇ ਲੈ ਕੇ ਜਾਏਗਾ। ਝੁੱਗੀ ਝੌਂਪੜੀ 'ਚ ਤੇ ਉੱਦਾਂ ਹੀ ਮਾਰ ਦੇਣਗੇ। ਮੁਸ਼ਕ ਮਾਰੀ ਰਜਾਈ ਜੀ ਲੈ ਲੈਣੀ ਇਹਨਾਂ ਨੇ ਉੱਤੇ ਤੇ ਵਿੱਚੇ ਮਾਰ ਦੇਣਗੇ। ਉਹ ਗਿਆ ਹੀ ਨਹੀਂ ਵਿਚਾਰਾ, ਡਰਦਾ, ਉਧਰ ਨੂੰ ਮੂੰਹ ਨਹੀਂ ਕੀਤਾ ਉਹਨੇ। ਜਿੰਨੀਆਂ ਬਿਮਾਰੀਆਂ ਨੇ ਉਹ ਲਗਜ਼ਰੀ ਲਾਈਫ ਦੇ ਵਿੱਚ ਨੇ, ਹਾਰਡ ਲਾਈਫ ਦੇ ਵਿੱਚ ਦੁੱਖ ਹੁੰਦੇ ਹੀ ਨਹੀਂ। ਜਿੰਨੀ ਜ਼ਿੰਦਗੀ ਤੁਹਾਡੀ ਹਾਰਡ ਹੋਏਗੀ ਉਹਨਾਂ ਤੁਸੀਂ ਦੁੱਖਾਂ ਤੋਂ ਬਚੇ ਹੋਵੋਗੇ। ਇਹ ਨਹੀਂ ਕਿ ਗਰੀਬਾਂ ਨੂੰ ਦੁੱਖ ਨਹੀਂ ਆਉਂਦੇ, ਪਰ ਲਗਜ਼ਰੀ ਲਾਈਫ ਦੇ ਅਗਰ ਅਸੀਂ ਪੈਰਲਲ ਗੱਲ ਕਰੀਏ ਤੇ ਗਰੀਬ ਨੂੰ ਦੁੱਖ 1% ਵੀ ਨਹੀਂ ਆਉਂਦਾ। ਤੋ ਸਤਿਗੁਰੂ ਪਿਤਾ ਜੀ ਨੇ ਢੰਗ ਦੱਸ ਦਿੱਤਾ ਵੀ ਸੁਖੀ ਰਹਿਣਾ ਹੈ। ਦਾਨ ਕਰੋ, ਇਸ਼ਨਾਨ ਕਰੋ, ਰੱਬ ਦੀ ਕੀਰਤੀ ਕਰੋ, ਸਤ ਸੰਗ ਕਰੋ ਤੇ ਆਪਣਾ ਚਿੱਤ ਪਰਮਾਤਮਾ ਨਾਲ ਜੋੜ ਕੇ ਰੱਖੋ ਭਾਈ। ਹਾਂਜੀ। ਸਤ ਸੰਗਤ ਸੋ ਨਿਤ ਪਾਓ ਥਾਰੋ, ਤਿਨ ਸੰਗਮ ਮੈਂ ਨਿਤ ਕਾਲ ਬਿਤਾਵੋ। ਸੰਗਤ ਦੇ ਨਾਲ ਪ੍ਰੇਮ ਕਰਨਾ ਹੈ। ਵੇਖੋ ਇਹ ਸ਼ਬਦ 1000 ਵਾਰੀ ਮੈਂ ਪੜ੍ਹਿਆ ਹੋਏਗਾ, ਸੁਣਿਆ ਹੋਏਗਾ, ਪਰ ਕਈ ਵਾਰੀ ਨਾ ਕੋਈ ਗੱਲ ਤੁਹਾਨੂੰ ਖੁਦ ਨੂੰ ਅਪੀਲ ਕਰ ਜਾਂਦੀ ਹੈ। ਅਮੂਮਨ ਮੈਂ ਵੀ ਕਹਿਣਾ ਹੁੰਦਾ ਵੀ ਸੰਗਤ 'ਚ ਆਉਣਾ ਚਾਹੀਦਾ। ਨਹੀਂ, ਅੱਜ ਸਤਿਗੁਰੂ ਕਹਿੰਦੇ ਸੰਗਤ ਨਾਲ ਪਿਆਰ ਕਰੋ।
ਇਸ ਜਗ੍ਹਾ ਦੇ ਨਾਲ ਤੁਹਾਨੂੰ ਪ੍ਰੇਮ ਕਰਨਾ ਚਾਹੀਦਾ, ਕਿਉਂਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਔਰ ਐਸੇ ਲੋਕ ਹੈਗੇ ਨੇ। ਸਵੇਰੇ ਬੜੀ ਵਧੀਆ ਗੱਲ ਗਿਆਨੀ ਸਾਹਿਬ ਸਿੰਘ ਹੋਰਾਂ ਨੇ ਸੁਣਾਈ। ਉਹ ਜਾਣਦੇ ਨੇ ਕਿਸੇ ਬਜ਼ੁਰਗ ਨੂੰ, ਹੁਣ ਤੇ ਚਲੋ ਪੂਰਾ ਹੋ ਗਿਆ। ਉਹ ਕਹਿੰਦੇ ਬਜ਼ੁਰਗ ਐਸਾ ਸੀ ਵੀ ਜਦੋਂ ਕੋਈ ਘਰ ਪ੍ਰਾਹੁਣਾ ਆਉਂਦਾ ਸੀ ਤੇ ਉਹਨੂੰ ਕਹਿੰਦਾ ਸੀ ਵੀ ਤੈਨੂੰ ਮੰਜਾ ਵੀ ਮਿਲੇਗਾ, ਬਿਸਤਰਾ ਵੀ ਮਿਲੇਗਾ, ਖਾਣਾ ਵੀ ਮਿਲੇਗਾ, ਪਰ ਤੈਨੂੰ ਸਵੇਰੇ ਤੜਕੇ ਉੱਠਣਾ ਪਵੇਗਾ, ਖੂਹ ਦੇ ਪਾਣੀ ਨਾਲ ਨਹਾਉਣਾ ਪਵੇਗਾ ਤੇ ਮੇਰੇ ਨਾਲ ਗੁਰਦੁਆਰੇ ਜਾਣਾ ਪਵੇਗਾ। ਤੇ ਜੇ ਪ੍ਰਾਹੁਣਾ ਕਹਿੰਦਾ ਸੀ ਇਹ ਮੁਸ਼ਕਲ, ਕਹਿੰਦੇ ਚੱਲ ਫਿਰ ਚੱਲ ਦੌੜ ਜਾ ਇੱਥੋਂ, ਮੇਰੇ ਘਰ ਮੰਜਾ ਬਿਸਤਰਾ ਨਹੀਂ ਹੈਗਾ। ਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦੇ ਫਿਰ ਆਪਾਂ ਕਿੱਥੇ ਪਹੁੰਚ ਗਏ। ਆਪਣੇ ਕਿਸੇ ਨੂੰ ਪੁੱਛ ਲਓ, ਭਾਜੀ ਜਿਹੜੇ ਰੋਜ਼ ਆਉਂਦੇ ਨੇ, ਭਾਜੀ ਗੁਰਦੁਆਰੇ ਨਹੀਂ ਆਏ, ਉਹ ਜੀ ਰਾਤੀ ਪ੍ਰਾਹੁਣੇ ਆ ਗਏ। ਹੁਣ ਕਿੱਥੇ ਉਹ ਗੁਰਸਿੱਖ ਤੇ ਕਿੱਥੇ ਆਪਾਂ, ਵੀ ਪ੍ਰਾਹੁਣੇ ਆ ਜਾਣ ਤੇ ਸਾਡਾ ਗੁਰਦੁਆਰਾ ਵੀ ਗਿਆ, ਤੇ ਕਿੱਥੇ ਉਹ ਬਜ਼ੁਰਗ ਸੀ ਕਿ ਜਿਹੜਾ ਪ੍ਰਾਹੁਣਾ ਆਉਂਦਾ ਸੀ ਉਹਨੂੰ ਸਵੇਰੇ ਗੁਰਦੁਆਰੇ ਆਉਣਾ ਲਾਜ਼ਮੀ ਹੋ ਜਾਂਦਾ ਸੀ। ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਵੀ ਜਦੋਂ ਪ੍ਰਾਹੁਣਾ ਆਵੇ ਨਾ, ਆਪਣਾ ਗੁਰਦੁਆਰਾ ਨਾ ਛੱਡੋ, ਸਗੋਂ ਪ੍ਰਾਹੁਣੇ ਨੂੰ ਕਹੋ ਵੀ ਭਾਈ ਸਵੇਰੇ ਸਾਡੇ ਨਾਲ ਗੁਰਦੁਆਰੇ ਜਾਣਾ ਪੈਣਾ, ਤੈਨੂੰ ਆ ਗਿਆ ਤੇ ਚੰਗੀ ਗੱਲ ਹੈ, ਪਰ ਹੁਣ ਤੂੰ ਸੋਚ ਸਮਝ ਕੇ ਸੌਵੀਂ ਰਾਤ ਨੂੰ, ਸਵੇਰੇ ਉੱਠ ਕੇ ਨਹਾਉਣਾ ਵੀ ਪੈਣਾ ਹੀ ਤੇ ਸਾਡੇ ਨਾਲ ਗੁਰਦੁਆਰੇ ਵੀ ਜਾਣਾ ਪੈਣਾ ਭਾਈ ਤੈਨੂੰ। ਹਾਂਜੀ। ਤਬ ਹੋਏ ਸਿੱਖੀ ਗੁਰ ਕੀ ਸ਼ੋਭ ਪ੍ਰਾਪਤ, ਜੇ ਸਭ ਬੈਨ ਸਦੀਵ ਕਮਾਵੋ। ਜੇ ਭਾਈ ਸਾਰੇ ਗੁਰੂ ਦੇ ਬਚਨ ਕਮਾਓਗੇ ਤਾਂ ਸ਼ੁਭ ਸਿੱਖੀ ਹੋਏਗੀ। ਹੁਣ ਸਾਡੀ ਸਿੱਖੀ ਕੀ ਹੈ? ਉਹ ਜੀ ਕਾਕਾ ਪੱਗ ਬੰਨ੍ਹਦਾ ਜੀ, ਕਾਕਾ ਤੇ ਵਾਲ ਨਹੀਂ ਕੱਟਦਾ ਜੀ। ਇਹ ਚੰਗੀਆਂ ਗੱਲਾਂ ਨੇ, ਇਹ ਕੁਝ ਗੱਲਾਂ ਸਾਡੇ ਹੱਕ 'ਚ ਨੇ, ਫੇਵਰ 'ਚ ਨੇ। ਇਹਨਾਂ ਗੱਲਾਂ ਦੇ ਨਾਲ ਸਾਨੂੰ ਕੁਝ ਵਡਿਆਈ ਜਿਹੜੀ ਹੈ ਉਹ ਰਿਜ਼ਰਵ ਹੈ। ਜਿਹੜਾ ਸਾਬਤ ਸੂਰਤ ਹੋਏਗਾ, ਸੋਹਣੀ ਦਸਤਾਰ ਸਜਾਈ ਹੋਏਗੀ, ਜਦੋਂ ਕੋਈ ਸਾਹਮਣੇ ਉਹ ਆਦਮੀ ਮਿਲੇਗਾ ਤੇ ਉਹ ਤੁਹਾਨੂੰ ਕਹੇਗਾ, ਤੁਹਾਨੂੰ ਸਰਦਾਰ ਸਾਹਿਬ ਕਹਿ ਕੇ ਬੁਲਾਏਗਾ। ਵੇਖੋ ਅੰਗਰੇਜ਼ਾਂ ਦਾ ਤੇ ਸ਼ਬਦ ਹੀ ਪੈਟ ਹੈ। ਉਹਨਾਂ ਨੂੰ ਤੁਹਾਨੂੰ ਕੁਝ ਕਹਿਣਾ ਆਵੇ ਨਾ ਆਵੇ, ਤੁਹਾਨੂੰ ਮਿਸਟਰ ਸਿੰਘ ਕਹਿ ਦੇਣਗੇ, ਪਰ ਧਕੋਨੇ ਮੋਨੇ ਨੂੰ ਕੀ ਕਹਿਣਗੇ ਜੀ ਉਹ। ਅਗਰ ਤੁਸੀਂ ਪੱਗ ਬੱਧੀ ਹੈ, ਤੁਸੀਂ ਸਰਦਾਰ ਹੋ, ਤੇ ਉਹਨਾਂ ਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ। ਮੈਂ ਤੇ ਹੁਣ ਇੰਡੀਆ ਦੇ ਟੀਵੀ 'ਚ ਵੇਖਿਆ, ਜਦੋਂ ਡਿਬੇਟ ਹੁੰਦੀਆਂ ਨੇ ਤੇ ਜਿਹੜਾ ਆਦਮੀ ਕੋਈ ਡਿਬੇਟ ਕਰਾ ਰਿਹਾ ਹੁੰਦਾ, ਟੀਵੀ ਵਾਲਾ ਅੰਕਰ ਜਿਹੜਾ ਹੁੰਦਾ ਹੈ, ਜੇ ਉਹਨੂੰ ਕੁਝ ਹੋਰ ਨਾ ਕਹਿਣਾ ਆਵੇ ਤੇ ਉਹ ਬਾਰ-ਬਾਰ ਉਸ ਜਿਹੜਾ ਸਰਦਾਰ ਬੈਠਾ ਹੁੰਦਾ ਉਹਨੂੰ ਸਿੰਘ ਸਾਹਿਬ ਕਹਿੰਦਾ ਹੈ। ਸਿੰਘ ਸਾਹਿਬ ਤੁਸੀਂ ਦੱਸੋ, ਭਾਵੇਂ ਨਿਤਨੇਮ ਉਹਨੇ ਕਦੇ ਵੀ ਨਾ ਕੀਤਾ ਹੋਵੇ, ਸਿੰਘ ਸਾਹਿਬ ਤੇ ਹੋ ਗਿਆ ਨਾ। ਹੁਣ ਉਹ ਕਾਹਦੀ ਬਦੌਲਤ ਹੋਇਆ? ਜਿਹੜੀ ਪੱਗ ਬੱਧੀ ਹੈ, ਜਿਹੜੇ ਉਹਨੇ ਵਾਲ ਰੱਖੇ ਨੇ, ਕੇਸ ਰੱਖੇ ਨੇ। ਭਾਈ ਜਿੱਥੋਂ ਤੱਕ ਤੁਰੋਗੇ ਉੱਥੋਂ ਤੱਕ ਤੁਹਾਨੂੰ ਇਹਦਾ ਪੁੰਨ ਫਲ ਤਾਂ ਮਿਲੇਗਾ, ਪਰ ਜੇ ਸਾਰਾ ਚਾਹੁੰਦੇ ਹੋ ਤੇ ਫਿਰ ਗੁਰੂ ਦੇ ਬਚਨ ਕਮਾਓ ਭਾਈ। ਹਾਂਜੀ। ਚੇਤਕ ਦਿਵਸ ਰਹਿ ਕਰ ਤਹਾਂ, ਭਾਲੇ ਉਪਦੇਸ਼ ਦ੍ਰਿੜਾਏ। ਇਸ ਤਰ੍ਹਾਂ ਕੁਝ ਦਿਨ ਸਤਿਗੁਰੂ ਉੱਥੇ ਰਹੇ, ਮਾਲ ਕੇਤ ਖੰਡ, ਇੱਥੇ ਲੋਕਾਂ ਨੂੰ ਭਗਤੀ ਦਾ ਉਪਦੇਸ਼ ਦਿੱਤਾ। ਹਾਂਜੀ। ਵਿਦਾ ਹੋਏ ਗਮਨੇ ਪ੍ਰਭੂ, ਆਨ ਥਾਨ ਸਭ ਸਤ ਪਾਏ। ਇੱਥੋਂ ਫਿਰ ਸਤਿਗੁਰੂ ਜੀ ਅੱਗੇ ਚੱਲੇ ਨੇ। ਇਹ ਕੌਣ ਨੇ ਸਤਿਗੁਰੂ? ਜਿਹੜੇ ਲੋਕਾਂ ਨੂੰ ਸਤ ਤੇ ਪ੍ਰੇਮ, ਇਹ ਦੋ ਚੀਜ਼ਾਂ ਦ੍ਰਿੜ ਕਰਾਉਂਦੇ ਨੇ। ਇੱਕ ਆਪਸ ਵਿੱਚ ਪਿਆਰ ਕਰੋ, ਇੱਕ ਸੱਚੇ ਬਣ ਕੇ ਰਹੋ। ਝੂਠੇ ਹੋ ਜਾਣਾ, ਕਪਟੀ ਹੋ ਜਾਣਾ, ਧੋਖੇਬਾਜ਼ ਹੋ ਜਾਣਾ, ਦਗਾਬਾਜ਼ ਹੋ ਜਾਣਾ, ਠੱਗ ਹੋ ਜਾਣਾ ਨਹੀਂ। ਇਹ ਬੰਦਿਆ, ਇਹ ਤੈਨੂੰ ਚੰਗਾ ਨਹੀਂ ਹੈ, ਇਹ ਤੇਰੇ ਵਾਸਤੇ ਠੀਕ ਨਹੀਂ ਹੈ, ਕਿਉਂਕਿ ਹਮ ਆਦਮੀ ਹਾਂ ਇੱਕਦਮ ਹੀ। ਤੁਸੀਂ ਵੇਖਿਆ ਹੋਏਗਾ ਅੱਜ ਨਾ ਲੋਕ ਪੈਸਾ ਬਹੁਤ ਖਰਚ ਰਹੇ ਨੇ। ਪ੍ਰੋਪਰਟੀ ਦਾ ਪਤਾ ਕਰ ਲਓ। ਮੈਂ ਇੱਕ ਦਿਨ ਉਹ ਚਲਾ ਗਿਆ, ਆਪਣੇ ਇੱਕ ਸਰਦਾਰ ਜੀ ਨੇ ਇੱਥੇ ਘੜੀਆਂ ਵਾਲੇ, ਇੱਕ ਉਹਨੇ ਮੈਨੂੰ ਨਹੀਂ ਸਮਝੇ, ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ,
ਉਹ ਟੱਚਵੁੱਡ ਕੀ ਹੁੰਦਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਇਹ ਸਮਝ ਆਈ ਹੈ ਵੀ ਉਹ ਕਹਿੰਦਾ ਜੀ ਅਖੀਰ ਮੈਂ ਲੱਕੜਾਂ 'ਚ ਹੀ ਸੜਨਾ ਤੇ ਮੈਂ ਇਹ ਲੱਕੜ ਦੀ ਸਹੁੰ ਖਾ ਕੇ ਤੁਹਾਨੂੰ ਕਹਿਣਾ ਟੱਚਵੁੱਡ। ਕਹਿੰਦਾ ਜੀ ਘੜੀਆਂ ਬੜੀਆਂ ਵਿਕ ਰਹੀਆਂ ਨੇ। ਅਸਲ 'ਚ ਹੋਇਆ ਕਿ ਲੋਕ ਗਏ ਨੇ ਡਰ, ਲੋਕਾਂ ਨੂੰ ਸਮਝ ਆ ਗਈ ਵੀ ਜੇ ਕਰੋਨਾ ਆ ਗਿਆ ਤੇ ਹਸਪੀਟਲ ਜਾਣਾ ਪੈ ਗਿਆ, ਵੈਂਟੀਲੇਟਰ ਤੇ ਗਏ ਤੇ ਫਿਰ ਵਾਪਸ ਨਹੀਂ ਆਉਣਾ, ਤੇ ਇਹ ਮਾਇਆ ਨੂੰ ਤੇ ਮੁੜ ਕੇ ਹੱਥ ਵੀ ਨਹੀਂ ਲੱਗਣਾ। ਤੇ ਉਹ ਲੋਕ ਹੁਣ ਨਾ ਖਰਚੀ ਤੁਰੇ ਆਉਂਦੇ ਨੇ, ਘਰਾਂ ਤੇ ਕੱਪੜਿਆਂ ਤੇ ਸਮਾਨ ਤੇ ਲੋਕ ਪੈਸਾ ਬੜਾ ਲਾ ਰਹੇ ਨੇ ਕਿ ਕਿਸੇ ਤਰ੍ਹਾਂ ਇਹਨੂੰ ਅਸੀਂ ਖਰਚ ਵਰਤ ਲਈਏ। ਤਾਂ ਸਤਿਗੁਰੂ ਪਿਤਾ ਮਹਾਰਾਜ ਨੇ ਸਾਨੂੰ ਦੋ ਹੀ ਗੱਲਾਂ ਸਮਝਾਈਆਂ ਸੀ। ਹੁਣ ਕਿਉਂ ਖਰਚਦੇ ਨੇ? ਕਿਉਂਕਿ ਪਤਾ ਹੀ ਨਹੀਂ ਕਦੋਂ ਮਰ ਜਾਣਾ। ਇਹ ਪੈਸੇ ਦੀ ਵਰਤੋਂ ਉੱਥੋਂ ਨਿਕਲ ਕੇ ਬਾਹਰ ਆਈ ਹੈ। ਨਹੀਂ ਤੇ ਜਦੋਂ ਇਹ ਸੀ ਨਾ ਵੀ ਨਹੀਂ ਮੈਂ 100 ਸਾਲ ਜਿਉਣਾ ਹੈ, ਫਿਰ ਕਹਿੰਦਾ ਸੀ ਸੇਵਿੰਗ ਚਾਹੀਦੀ ਹੈ। ਹੁਣ ਉਹਨੂੰ ਪਤਾ ਲੱਗ ਗਿਆ ਅੰਗਰੇਜ਼ਾਂ ਵਾਲਾ, ਅੰਗਰੇਜ਼ ਸੇਵਿੰਗ ਨਹੀਂ ਕਰਦੇ। ਜਿਵੇਂ ਆਪਾਂ ਪੈਸਾ ਬਚਾਉਂਦੇ ਆ ਨਾ, ਅੰਗਰੇਜ਼ ਬਿਲਕੁਲ ਨਹੀਂ ਬਚਾਉਂਦੇ। ਉਹ ਤਾਂ ਇਹ ਲੱਗਦਾ ਜਿੱਦਾਂ ਸਾਰੇ ਗੁਰੂ ਅਮਰਦਾਸ ਦੇ ਸਿੱਖ ਹੋਣ। ਗੁਰੂ ਅਮਰਦਾਸ ਰੋਜ਼ ਭਾਂਡੇ ਮੂੰਹ ਤੇ ਮਾਰਦੇ ਸੀ ਲੰਗਰ ਦੇ, ਰੋਜ਼ ਡੇਲੀ। ਕਹਿਣਾ ਆਪੇ ਸਵੇਰੇ ਦਿਨ ਚੜ੍ਹੇਗਾ ਤਾਂ ਆਪੇ ਰੱਬ ਰੋਟੀ ਦੇਗਾ। ਅੰਗਰੇਜ਼ ਪਤਾ ਕਿਹਨੂੰ ਕਹਿੰਦੇ ਨੇ? ਜਿਹੜਾ ਐਤਵਾਰ ਆਪਣੀ ਪੌਕਟ ਖਾਲੀ ਕਰ ਲਵੇ ਉਹ ਅੰਗਰੇਜ਼ ਹੈ। ਸੋਮਵਾਰ ਤੋਂ ਕੰਮ ਤੇ, ਸ਼ਨੀਚਰ ਐਤਵਾਰ ਉਹ ਖਰਚ ਲੈਂਦੇ ਨੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਮਾ ਲੈਂਦੇ ਨੇ। ਇਸੇ ਕਰਕੇ ਸਤਿਗੁਰੂ ਨੇ ਕਿਹਾ ਸੀ ਠੱਗੀ ਠੋਰੀ ਨੂੰ ਛੱਡੋ, ਹੇਰਾ ਫੇਰੀ ਨੂੰ ਛੱਡੋ, ਚੋਰੀ ਚਕਾਰੀ ਨੂੰ ਛੱਡੋ। ਸਤਿਗੁਰੂ ਨੇ ਸੱਤ ਤੇ ਪ੍ਰੇਮ ਦਾ ਉਪਦੇਸ਼ ਦਿੱਤਾ ਹੈ। ਸਚਿਆਰ ਬਣ ਕੇ ਰਵੋ ਤੇ ਇੱਕ ਦੂਜੇ ਨਾਲ ਪ੍ਰੇਮ ਕਰੋ, ਨਫ਼ਰਤ ਨਾ ਕਰੋ, ਈਰਖਾ ਨਾ ਕਰੋ। ਕੀ ਰੱਖਿਆ ਇਹਦੇ ਵਿੱਚ? ਤੁਸੀਂ ਕਿਸੇ ਨਾਲ ਈਰਖਾ ਕਰੋਗੇ ਉਹਦੇ ਚੋਂ ਦੱਸੋ ਤੁਹਾਨੂੰ ਕੁਝ ਮਿਲਿਆ? ਨਾ, ਕਦੇ ਨਹੀਂ ਹੋ ਸਕਦਾ। ਕਦੇ ਆਪਣੀ ਜ਼ਿੰਦਗੀ ਦੇ ਵਿੱਚ ਬੈਠ ਕੇ ਵੇਖੋ ਵੀ ਉਹਨੂੰ ਈਰਖਾ ਕਰਕੇ ਮੈਂ ਕੀ ਖਟਿਆ। ਉਹਨੂੰ ਈਰਖਾ ਕਰਕੇ ਤੁਸੀਂ ਆਪਣਾ ਖੂਨ ਜ਼ਰੂਰ ਸਾੜਿਆ ਹੋਏਗਾ, ਥੋੜਾ ਜਿਹਾ ਬਲੱਡ ਪ੍ਰੈਸ਼ਰ ਵਧਾਇਆ ਹੋਏਗਾ। ਇਸ ਤੋਂ ਇਲਾਵਾ ਤੁਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਵੀ ਸਾਡੇ ਗੁਰਦੁਆਰੇ ਵਿੱਚ ਬਹਿਣ ਨਾਲੋਂ, ਮੰਦਰਾਂ ਵਿੱਚ ਬਹਿਣ ਨਾਲੋਂ, ਮਸੀਤਾਂ ਵਿੱਚ ਬਹਿਣ ਨਾਲੋਂ, ਚਰਚਾਂ ਵਿੱਚ ਬਹਿਣ ਨਾਲੋਂ ਜਿਹੜੇ ਟਰੱਕ ਦੀ ਸੀਟ ਤੇ ਬੈਠੇ ਨੇ, ਇੱਕ ਗੱਲ ਉਹਨਾਂ ਨੂੰ ਵੀ ਸਮਝ ਆ ਗਈ ਹੈ। ਉਹਨਾਂ ਨੇ ਟਰੱਕ ਦੇ ਪਿੱਛੇ ਮੋਟਾ ਸਾਰਾ ਲਿਖ ਦਿੱਤਾ ਹੈ ਕਿ ਦਿੰਦਾ ਹੈ ਰੱਬ, ਸੜਦੇ ਨੇ ਸਭ। ਪਤਾ ਨਹੀਂ ਕਿਉਂ ਈਰਖਾ ਕਰਦੇ ਆਪਾਂ? ਕੋਈ ਤੁਹਾਡੇ ਭਾਗ ਲੈ ਗਿਆ ਤੇ ਜ਼ਰੂਰ ਈਰਖਾ ਕਰੋ ਭਾਈ। ਤੇ ਜੇ ਰੋਜ਼ ਬਾਣੀ ਰਹਿ ਰਾਸ ਪੜ੍ਹਦੇ ਹੋ ਤਾਂ ਉਹਦੇ 'ਚ ਲਿਖਿਆ ਹੋਇਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਤੁਹਾਡੇ ਬੱਚੇ ਦੇ ਭਾਗ ਵੱਖਰੇ ਨੇ, ਤੁਹਾਡੇ ਵੱਖਰੇ ਨੇ। ਇਹ ਗੱਲ ਚੇਤਾ ਰੱਖਣਾ। ਇਹ ਦਿੱਲੀ ਦੇ ਸਿੱਖ ਨੇ ਕਿਹਾ ਸੀ 1984 ਤੋਂ ਬਾਅਦ। ਉਹ ਜਦੋਂ ਕਿਸੇ ਹੋਟਲ ਵਿੱਚ ਜਾ ਕੇ ਰਹਿੰਦਾ ਸੀ ਤੇ ਵੇਟਰ ਨੂੰ 10 ਰੁਪਏ ਟਿਪ ਦਿੰਦਾ ਸੀ, ਤੇ ਜਦੋਂ ਕਦੇ ਉਹਦਾ ਬੇਟਾ ਜਾਂਦਾ ਸੀ ਉਹ 50 ਰੁਪਏ ਟਿਪ ਦਿੰਦਾ ਸੀ। ਇੱਕ ਦਿਨ ਵੇਟਰ ਨੇ ਪੁੱਛ ਹੀ ਲਿਆ ਵੀ ਸਾਹਿਬ आप आते हो तो मेरे को 10 रुपये टिप देते हो, आपका बेटा आता है वो मेरे को 50 रुपये टिप देता है। उन्हें बड़ी वधिया गल कही। वो कहता वेख, वेटर नूं कहता है, कहता मैं गरीब बाप का बेटा हूँ, मैं तो 10 रुपये ही देंगा। वो अमीर बाप का बेटा है, वो 50 देगा। गल तो सिर्फ इन्नी है। कौन किसे दा दिंदा है, कौन किसे दा लैंदा है? ਆਪਾਂ ਕਿਉਂ ਈਰਖਾ ਕਰਦੇ ਆ? ਆਪਾਂ ਨੂੰ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ। ਹਰ ਆਦਮੀ ਆਪਣੇ ਆਪਣੇ ਭਾਗ ਲਿਖਾਦਾ ਹੈ। ਇਹੀ ਕਾਰਨ ਹੈ ਕਿ ਅੱਜ ਤੁਹਾਡੇ ਤੇ ਤੁਹਾਡੇ ਪੁੱਤਰ ਦੇ ਭਾਗਾਂ ਵਿੱਚ ਫਰਕ ਹੈ। ਤੁਹਾਡਾ ਪੁੱਤਰ 50 ਰੁਪਏ ਵਾਲੀ ਜੁੱਤੀ ਪਾਏਗਾ, ਤੁਸੀਂ 10 ਰੁਪਏ ਵਾਲੀ ਪਾਓਗੇ। ਉਹ 50 ਰੁਪਏ ਵਾਲਾ ਕੱਪੜਾ ਪਾਏਗਾ, ਤੁਸੀਂ 10 ਰੁਪਏ ਵਾਲੀ ਪਾਓਗੇ। मैं अमेरिका ऐनकों वाली दुकान ते खरोते तमाशा वेख्या। एक बजुर्ग माता आई, इंश्योरेंस ਉਹਦੀ ਹੈਗੀ ਸੀ,
ਉਹਨੇ ਅੱਖਾਂ ਦਾ ਨੰਬਰ ਲਿਆ ਨਿਗਾਹ ਦਾ, ਹੁਣ ਐਨਕ ਲੈਣ ਲੱਗੀ। ਤੇ ਉਹ ਜਿਹੜਾ ਦੁਕਾਨਦਾਰ ਸੀ ਮੁਸਲਮਾਨ ਸੀ, ਪਾਕਿਸਤਾਨੀ, ਪੰਜਾਬੀ ਬੜੀ ਵਧੀਆ ਬੋਲਦਾ ਸੀ। ਉਹਨੂੰ ਸਮਝ ਆ ਗਈ ਵੀ ਜੇ ਮਾਤਾ ਨੇ ਐਨਕ ਲਈ ਤੇ ਇਹਨੇ ਤੇ ਉਹੀ ਲੈਣੀ ਹੈ ਜਿਹੜੀ ਇੰਸ਼ੋਰੈਂਸ ਵਿੱਚ ਹੋਏਗੀ। ਉਹ ਕਹਿੰਦਾ ਮਾਤਾ ਜੀ ਤੁਹਾਨੂੰ ਗੱਲ ਨਹੀਂ ਸਮਝ ਆਉਣੀ, ਤੁਸੀਂ ਨਾ ਬੇਟੇ ਨੂੰ ਲੈ ਕੇ ਆਇਓ ਕੱਲ। ਮੈਂ ਕਿਸੇ ਬੰਦੇ ਨੂੰ ਪੁੱਛਿਆ, ਮੈਂ ਕਿਹਾ ਇਹਦੇ ਪਿੱਛੇ ਕੀ ਰਾਜ ਹੈ? ਉਹ ਕਹਿੰਦਾ ਰਾਜ ਇਹ ਹੈ ਵੀ ਇਹਨੇ ਕੱਲ ਨੂੰ ਕਹਾਣੀ ਪਾਉਣੀ ਹੈ ਵੀ ਇਹ ਜੀ ਇੰਸ਼ੋਰੈਂਸ ਤੇ ਆਹ ਦੇ ਰਹੀ ਹੈ ਜੀ, ਇਹ ਤਾਂ ਵਧੀਆ ਨਹੀਂ ਗੀ, ਆਹ ਐਨਕ ਬਹੁਤ ਵਧੀਆ 100 ਰੁਪਏ ਦੀ ਹੈ। ਕਹਿੰਦੇ ਮੁੰਡੇ ਨੇ ਝੱਟ ਚੁੱਕ ਕੇ ਮਾਰਨੇ ਨੇ ਤੇ ਇਹਨੂੰ ਡਬਲ ਫਾਇਦਾ ਹੋ ਜਾਣਾ। ਡਬਲ ਕੀ, ਜਿਹੜੀ ਗੌਰਮੈਂਟ ਵੱਲੋਂ ਮਿਲਣੀ ਹੈ ਉਹ ਇਹਨੇ ਉੱਦਾਂ ਮਾਰ ਜਾਣੀ ਹੈ, ਆਪਣੀ 100 ਦੀ ਟਿਕਾ ਦੇਣੀ ਹੈ। ਸਾਡੇ ਬੱਚਿਆਂ ਦੇ ਭਾਗ ਸਾਡੇ ਨਾਲ ਨਹੀਂ ਰਲੇ ਤੇ ਦੁਨੀਆ ਦੇ ਕਿਵੇਂ ਰਲ ਸਕਦੇ ਨੇ ਭਾਈ? ਇਸ ਕਰਕੇ ਜਿਹੜਾ ਸਤਿਗੁਰੂ ਨੇ ਉਪਦੇਸ਼ ਦਿੱਤਾ ਉਹ ਹੈ ਸਤ ਤੇ ਪ੍ਰੇਮ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।